ਜੈ ਮਸੀਹ ਭੈਣਾਂ ਦੇ ਭਰਾਵੋ, ਗॉड ਬਲੈਸ ਯੂ। ਪਰਮੇਸ਼ਰ ਤੁਹਾਨੂੰ ਬਹੁਤ ਬਰਕਤ ਦੇਵੇ। ਮੈਂ ਦੁਆ ਕਰਦਾ ਪਰਮੇਸ਼ਰ ਅੱਗੇ ਕਿ ਇਹ ਵਚਨ ਅੱਜ ਤੁਹਾਡੇ ਦਿਲਾਂ ਦੇ ਵਿੱਚ ਘਰ ਕਰ ਜਾਵੇ। ਮੇਰੀ ਪ੍ਰਾਰਥਨਾ ਹੈ ਕਿ ਪਰਮੇਸ਼ਰ ਦਾ ਵਚਨ ਆਪਣੀਆਂ ਜ਼ਿੰਦਗੀਆਂ ਨੂੰ ਪੂਰੀ ਤਰ੍ਹਾਂ ਨਾਲ ਤਬਦੀਲ ਕਰ ਦੇ, ਤਾਂ ਕਿ ਆਪਾਂ ਦੁਨੀਆ ਦੀਆਂ ਚੀਜ਼ਾਂ ਤੋਂ ਦੂਰ ਹੋ ਜਾਈਏ ਤੇ ਪਰਮੇਸ਼ਰ ਦੀਆਂ ਚੀਜ਼ਾਂ ਦੇ ਨੇੜੇ ਹੋ ਜਾਈਏ। ਆਮੇਨ। ਆਓ ਸਿੱਧਾ ਪ੍ਰਭੂ ਦੇ ਵਚਨ ਵਿੱਚ ਜਾਵਾਂਗੇ ਤੇ ਕੁਝ ਪੁਆਇੰਟਸ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦਾ ਹੈਗਾ ਪਰਮੇਸ਼ਰ ਦੇ ਵਚਨ ਦੇ ਵਿੱਚੋਂ। ਪਰਮੇਸ਼ਰ ਦੇ ਵਚਨ ਦੇ ਬਾਰੇ, ਜੀ ਹਾਂ, ਬਾਈਬਲ ਦੇ ਬਾਰੇ। ਜਦੋਂ ਆਪਾਂ ਬਾਈਬਲ ਪੜ੍ਹਦੇ ਹਾਂ, ਜਦੋਂ ਆਪਾਂ ਪਰਮੇਸ਼ਰ ਦਾ ਵਚਨ ਸਟੱਡੀ ਕਰਦੇ ਹਾਂ, ਉਦੋਂ ਇਹ ਚੀਜ਼ਾਂ ਜਿਹੜੀਆਂ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਿਹਾ ਕੁਝ ਪੁਆਇੰਟਸ, ਇਹ ਜ਼ਰੂਰੀ ਹੈ ਕਿ ਆਪਾਂ ਇਹਨਾਂ ਨੂੰ ਅੰਡਰਸਟੈਂਡ ਕਰ ਸਕੀਏ, ਇਹਨਾਂ ਨੂੰ ਸਮਝ ਸਕੀਏ, ਤਾਂ ਕਿ ਮੈਂ ਵਿਸ਼ਵਾਸ ਕਰਦਾ ਕਿ ਇਹਨਾਂ ਨੂੰ ਸਮਝਣ ਦੇ ਨਾਲ ਆਪਣੇ ਦਿਲ ਵਿੱਚ ਹੋਰ ਵੀ ਜ਼ਿਆਦਾ ਭੁੱਖ ਤੇ ਪਿਆਸ ਜਾਗੇਗੀ ਸੱਚੇ ਪਰਮਾਤਮਾ ਦਾ ਵਚਨ ਪੜ੍ਹਨ ਦੇ ਵਾਸਤੇ। ਮੈਂ ਸੋ ਆਓ ਆਪਾਂ ਸਿੱਧਾ ਪ੍ਰਭੂ ਦੇ ਵਚਨ ਵਿੱਚ ਜਾਵਾਂਗੇ। ਪਹਿਲੇ ਨੰਬਰ ਤੇ ਜਦੋਂ ਬਾਈਬਲ ਦੀ ਗੱਲ ਕਰਦੇ ਹਾਂ, ਧਰਮ ਗ੍ਰੰਥ ਪਰਮੇਸ਼ਰ ਦੇ ਵਚਨ ਦੀ ਗੱਲ ਕਰਦੇ ਹਾਂ, ਉਦੋਂ ਇਹ ਯਾਦ ਰੱਖੀਏ ਕਿ ਜੋ ਬਾਈਬਲ ਹੈ, ਇੱਕ ਪਾਸੇ ਤਾਂ ਬਾਈਬਲ ਜਿਹੜੀ ਹੈਗੀ ਆ ਉਹ ਡਿਵਾਈਨ ਹੈ, ਦੂਸਰੇ ਪਾਸੇ ਉਹ ਜਿਹੜੀ ਬਾਈਬਲ ਹੈਗੀ ਆ ਉਹ ਹਿਊਮਨ ਬੁੱਕ ਹੈ। ਇੱਕ ਡਿਵਾਈਨ ਤੇ ਹਿਊਮਨ, ਜਾਣੀ ਕਿ ਬਾਈਬਲ ਦੇ ਵਿੱਚ ਇਹ ਦੋਨੋਂ ਚੀਜ਼ਾਂ ਪਾਈਆਂ ਜਾਂਦੀਆਂ ਨੇ। ਉਹ ਡਿਵਾਈਨ ਵੀ ਆ, 100% ਡਿਵਾਈਨ ਆ, ਤੇ ਨਾਲੇ ਉਹ 100% ਹਿਊਮਨ ਆ। ਕਿਸ ਤਰ੍ਹਾਂ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗਾ। ਆਓ ਸਭ ਤੋਂ ਪਹਿਲਾਂ ਪ੍ਰਭੂ ਦੇ ਵਚਨ ਵਿੱਚ ਜਾਵਾਂਗੇ। 2 ਤਿਮੋਥੀ ਚੈਪਟਰ 3 ਵਰਸ 16 ਪੜਾਂਗੇ ਪੰਜਾਬੀ ਦੇ ਵਿੱਚ। ਜੀ ਹਾਂ, ਦੂਜਾ ਤਿਮੋਥੀਅਸ 3:16। ਹਰ ਪਵਿੱਤਰ ਗ੍ਰੰਥ ਪਰਮੇਸ਼ਰ ਦੀ ਦੈਵੀ ਪ੍ਰੇਰਨਾ ਦੁਆਰਾ ਰਚਿਆ ਗਿਆ ਹੈ ਅਤੇ ਉਹ ਸਿੱਖਿਆ ਦੇ ਲਈ ਅਤੇ ਹਰ ਤਰ੍ਹਾਂ ਦੇ ਭਲੇ ਜੀਵਨ ਦੀ ਸਿਖਲਾਈ ਲਈ ਲਾਭਕਾਰੀ ਹੈ। ਦੇਖਿਆ ਤੁਸੀਂ, ਪਰਮੇਸ਼ਵਰ ਦਾ ਵਚਨ ਬਾਈਬਲ ਇੰਸਪਾਇਰ ਕੀਤੀ ਗਈ ਆ ਪਵਿੱਤਰ ਆਤਮਾ ਤੋਂ, ਜਾਣੀ ਕਿ 100% ਪਰਮੇਸ਼ਵਰ ਦਾ ਵਚਨ ਰੱਬੀ ਹੈ। ਇਹ ਰੱਬੀ ਬਾਣੀ ਹੈ, ਇਹ ਇੰਸਪਾਇਰਡ ਹੈ, ਰਿਵੀਲ ਕੀਤੀ ਗਈ ਆ ਰੱਬ ਵੱਲੋਂ, ਪਰਮਾਤਮਾ ਵੱਲੋਂ, ਪਰਮੇਸ਼ਰ ਦੀ ਰੂਹ ਵੱਲੋਂ 100%। ਜਾਣੀ ਕਿ ਬਾਈਬਲ ਦੇ ਵਿੱਚ ਕੋਈ ਐਸਾ ਕੋਮਾ, ਕੋਈ ਐਸੀ ਫੁੱਲ ਸਟਾਪ ਹੈ ਨਹੀਂ ਜੋ ਪਰਮੇਸ਼ਰ ਵੱਲੋਂ ਰਿਵੀਲ ਨਾ ਕੀਤੀ ਗਈ ਹੋਵੇ। ਸਭ ਕੁਝ ਬਾਈਬਲ ਦੇ ਵਿੱਚ 100% ਰੱਬ ਵੱਲੋਂ ਰਿਵੀਲ ਕੀਤਾ ਗਿਆ। ਸੋ ਜਦੋਂ ਤੁਸੀਂ ਵਚਨ ਪੜ੍ਹਦੇ ਹੋ, ਤੁਸੀਂ ਯਾਦ ਰੱਖੋ ਤੁਸੀਂ ਇੱਕ ਐਸੀ ਕਿਤਾਬ ਪੜ੍ਹ ਰਹੇ ਹੋ ਜਿਹੜੀ ਰੱਬ ਵੱਲੋਂ ਆਈ ਆ, ਤੇ ਜੋ ਰੱਬ ਵੱਲੋਂ ਰਿਵੀਲ ਕੀਤੀ ਗਈ ਆ, ਰੱਬ ਵੱਲੋਂ ਇੰਸਪਾਇਰ ਕੀਤੀ ਗਈ ਆ। ਤੁਸੀਂ ਰੱਬੀ ਬਾਣੀ ਪੜ੍ਹ ਰਹੇ ਹੋ, ਤੁਸੀਂ ਪਰਮੇਸ਼ਰ ਦੀਆਂ ਗੱਲਾਂ ਪੜ੍ਹ ਰਹੇ ਹੋ, ਇਹ ਯਾਦ ਰੱਖੋ। ਤੇ ਪਰਮੇਸ਼ਰ ਦੀਆਂ ਗੱਲਾਂ, ਪਰਮੇਸ਼ਰ ਦੇ ਬੋਲ ਜਦੋਂ ਆਪਣੇ ਜੀਵਨ 'ਚ ਆਉਣਗੇ, ਆਪਣੇ ਸੋਚਾਂ 'ਚ ਆਉਣਗੇ, ਤੇ ਬਹੁਤ ਵੱਡੀ ਤਬਦੀਲੀ ਖੜੀ ਕਰ ਦੇਣਗੇ। ਮੈਂ ਵਿਸ਼ਵਾਸ ਕਰਦਾ ਹਾਂ। ਆਮੇਨ। ਹੁਣ ਪ੍ਰਭੂ ਦਾ ਵਚਨ ਕਹਿੰਦਾ ਹੈ ਕਿ ਹਾਂ, ਇਹ ਬਾਈਬਲ ਜੋ ਇੰਸਪਾਇਰ ਹੈ, ਰੱਬ ਵੱਲੋਂ ਲਿਖੀ ਗਈ ਆ, ਲੇਕਿਨ ਵਚਨ ਆਖਦਾ ਹੈ ਕਿ ਪਰਮੇਸ਼ਰ ਨੇ ਹਿਊਮਨ ਆਥਰਸ ਚੁਣੇ। ਜਿਹੜੇ ਲੇਖਕ ਸੀਗੇ ਉਹ ਸਾਰੇ ਇਨਸਾਨ ਸੀਗੇ। ਹੁਣ ਇੰਜ ਨਹੀਂ ਗਾ ਕਿ ਪਰਮੇਸ਼ਰ ਨੇ ਕਿਸੇ ਵੀ ਇਨਸਾਨ ਨੂੰ ਚੁਣਿਆ ਹੋਵੇ ਤੇ ਉਸ ਇਨਸਾਨ ਨੂੰ ਪਰਮੇਸ਼ਰ ਬੋਲਣ ਲੱਗ ਗਿਆ ਹੋਵੇ ਤੇ ਜੋ ਉਹ ਸੁਣੀ ਜਾ ਰਿਹਾ ਆ ਤੇ ਉਹ ਲਿਖੀ ਜਾ ਰਿਹਾ। ਇਸ ਤਰ੍ਹਾਂ ਨਹੀਂ ਹੋਇਆ। ਪਹਿਲਾਂ ਤਾਂ ਉਹ ਇਨਸਾਨ ਜਿਹੜਾ ਆ, ਉਸ ਦੇ ਵਿੱਚ ਪਰਮੇਸ਼ਰ ਦਾ ਸ਼ਬਦ ਆਇਆ। ਉਹ ਇਨਸਾਨ ਦੇ ਦਿਲ ਵਿੱਚ, ਇਨਸਾਨ ਦੇ ਮਨ ਵਿੱਚ ਪਰਮੇਸ਼ਰ ਦੇ ਸ਼ਬਦ ਨੇ ਟਰਾਂਸਫੋਰਮੇਸ਼ਨ ਖੜੀ ਕਰ ਦਿੱਤੀ, ਤਬਦੀਲੀ ਖੜੀ ਕਰ ਦਿੱਤੀ, ਇਨਸਾਨ ਨੂੰ ਬਦਲ ਦਿੱਤਾ ਪੂਰੀ ਤਰ੍ਹਾਂ ਨਾਲ। ਜਦੋਂ ਉਹ ਸ਼ਬਦ ਉਸ ਇਨਸਾਨ ਦੇ ਵਿੱਚ ਕੰਮ ਕਰ ਗਿਆ, ਫਿਰ ਉਹ ਇਨਸਾਨ ਆਪਣੀ ਅਕਲ ਦੇ ਨਾਲ ਪਰਮੇਸ਼ਰ ਦੀਆਂ ਗੱਲਾਂ ਲਿਖਦਾ ਆ, ਤਾਂ ਕਿ ਦੂਜਿਆਂ ਤੱਕ ਵੀ ਇਹ ਸੁਨੇਹਾ ਪਹੁੰਚ ਸਕੇ ਵੀ ਇਸ ਵਚਨ ਨੇ, ਜਿਸ ਵਚਨ ਨੇ ਮੇਰੀ ਜ਼ਿੰਦਗੀ ਤਬਦੀਲ ਕਰ ਦਿੱਤੀ, ਹੁਣ ਮੈਂ ਤੁਹਾਨੂੰ ਲਿਖ ਰਿਹਾ ਹਾਂ, ਤਾਂ ਕਿ ਜਦੋਂ ਤੁਸੀਂ ਇਹਨੂੰ ਪੜ੍ਹੋ ਤੁਹਾਡੀ ਜ਼ਿੰਦਗੀ ਵੀ ਤਬਦੀਲ ਹੋ ਜਾਵੇ। ਸੋ ਬਾਈਬਲ ਜੋ ਹੈ, ਆਪਾਂ ਨੂੰ ਪਤਾ ਕਿ 40 ਇਨਸਾਨਾਂ ਨੇ ਲਿਖੀ ਹੈ, 40 ਲੇਖਕ ਹੈਗੇ ਨੇ ਜਿਨ੍ਹਾਂ ਨੇ ਲਿਖੀ ਹੈ। ਲੇਕਿਨ 40 ਦੇ 40 ਲੇਖਕ ਜੋ ਨੇ, ਇਹਨਾਂ ਨੇ ਸਭ ਤੋਂ ਪਹਿਲਾਂ ਪਰਮ ਆਤਮਾ ਨੂੰ ਸਵੀਕਾਰ ਕੀਤਾ। ਪਰਮੇਸ਼ਰ ਦਾ ਰੂਹ ਉਹਨਾਂ ਦੇ ਜੀਵਨ ਦੇ ਵਿੱਚ ਆਇਆ ਤੇ ਪਰਮੇਸ਼ਰ ਦੇ ਰੂਹ ਨੇ ਉਹਨਾਂ ਦੀਆਂ ਜ਼ਿੰਦਗੀਆਂ ਨੂੰ ਤਬਦੀਲ ਕਰ ਦਿੱਤਾ। ਫਿਰ ਪਰਮੇਸ਼ਰ ਦੇ ਰੂਹ ਨੇ ਉਹਨਾਂ ਦੀ ਰੂਹ ਨੂੰ ਉਤਸ਼ਾਹਿਆ ਤਾਂ ਕਿ ਉਹ ਪਰਮੇਸ਼ਰ ਦੀ ਬਾਣੀ ਜੋ ਹੈ ਲਿਖ ਸਕਣ, ਤਾਂ ਕਿ ਜਿਹੜੇ ਵੀ ਪੜ੍ਹਦੇ ਨੇ ਉਹ ਬਰਕਤ ਪ੍ਰਾਪਤ ਕਰ ਸਕਣ। ਆਮੇਨ। ਸੋ ਤੁਸੀਂ ਦੇਖਿਆ 100% डिवाइन है, लेकिन फिर भी 100% ह्यूमन भी है। क्यों? क्योंकि ह्यूमन लोगों ने, इंसाना ने इन्हों लिखा है
ਲੇਕਿਨ ਜੋ ਇਨਸਾਨਾਂ ਨੇ ਲਿਖਿਆ ਆ ਉਹ ਪਰਮੇਸ਼ਰ ਦੀ ਰੂਹ ਦੀ ਗਾਈਡੈਂਸ ਦੇ ਮੁਤਾਬਿਕ, ਪਰਮੇਸ਼ਰ ਦੀ ਰੂਹ ਦੀ ਲੀਡਿੰਗ ਦੇ ਮੁਤਾਬਿਕ ਲਿਖਿਆ ਆ। ਸਿਰਫ ਆ ਨਹੀਂ ਗਾ ਵੀ ਉਹਦੀ ਆਵਾਜ਼ ਸੁਣ ਕੇ ਲਿਖੀ ਗਏ ਬੋਲੀ ਚੱਲ ਮੈਂ ਲਿਖੀ ਜਾਣਾ, ਨਹੀਂ। ਪਵਿੱਤਰ ਆਤਮਾ ਦੀ ਗਾਈਡੈਂਸ ਦੇ ਮੁਤਾਬਿਕ, ਪਵਿੱਤਰ ਆਤਮਾ ਦੇ ਲੀਡਿੰਗ ਦੇ ਮੁਤਾਬਿਕ, ਪਵਿੱਤਰ ਆਤਮਾ ਉਹਨਾਂ ਨੂੰ ਗਾਈਡ ਕਰਦਾ ਸੀ, ਉਹਨਾਂ ਨੂੰ ਲੀਡ ਕਰਦਾ ਸੀ। ਐਗਜ਼ਾਮਪਲ ਮੈਂ ਕਿਹੜੀ ਦੇ ਸਕਦਾ ਤੁਹਾਨੂੰ? ਮੇਰੀ ਇੱਕ ਫੇਵਰੇਟ ਐਗਜ਼ਾਮਪਲ ਹੈ, ਮੈਂ ਤੁਹਾਨੂੰ ਦਿੰਦਾ। ਮੇਰੇ ਖਿਆਲ ਹੈ ਰਸਗੁੱਲੇ ਤੇ ਗੁਲਾਬ ਜਾਮਣਾ ਦੋਨਾਂ ਨੇ ਖਾਧੀਆਂ ਨੇ, ਹੈ ਨਾ। ਤੇ ਮੈਂ ਜੇ ਤੁਹਾਨੂੰ ਪੁੱਛਾਂ ਬਈ ਰਸਗੁੱਲੇ ਤੇ ਗੁਲਾਬ ਜਾਮਣਾ ਦੇ ਵਿੱਚ ਕੀ ਫਰਕ ਕੀ ਆ, ਤੁਸੀਂ ਕਹਿ ਸਕਦੇ ਹੋ ਵੀ ਇੱਕ ਪਾਸੇ ਜਿਹੜੀ ਗੁਲਾਬ ਜਾਮਣਾ ਨੇ ਉਹ ਬਰਾਊਨ ਹੁੰਦੀਆਂ ਨੇ, ਤੇ ਜਿਹੜੇ ਰਸਗੁੱਲੇ ਹੈਗੇ ਨੇ ਉਹ ਚਿੱਟੇ ਹੁੰਦੇ ਨੇ, ਹੈ ਨਾ। ਉਹ ਈਜ਼ੀ ਆ। ਲੇਕਿਨ ਜੇ ਮੈਂ ਤੁਹਾਨੂੰ ਪੁੱਛਾਂ ਵੀ ਉਹਨਾਂ ਦੋਨਾਂ ਦੇ ਟੇਸਟ ਵਿੱਚ ਕੀ ਫਰਕ ਆ, ਇੱਕ ਟੇਸਟ ਐਕਸਪ੍ਰੈਸ ਕਰਨਾ ਮੁਸ਼ਕਲ ਹੋ ਜਾਂਦਾ ਹੈ। ਸੋ ਕੀ ਕਰਨਾ ਪਏਗਾ? ਪਹਿਲਾਂ ਆਪਾਂ ਨੂੰ ਇੱਕ ਗੁਲਾਬ ਜਾਮੁਨ ਚੱਕ ਕੇ ਆਪਣੇ ਮੂੰਹ ਦੇ ਵਿੱਚ ਪਾਉਣਾ ਪਏਗਾ ਤੇ ਉਹਦਾ ਟੇਸਟ ਕਰਨਾ ਪਏਗਾ। ਟੇਸਟ ਕਰਕੇ ਫਿਰ ਆਪਾਂ ਨੂੰ ਲਿਖਣਾ ਪਏਗਾ ਲੈ ਵੀ ਇਹ ਇਦਾਂ ਦਾ ਟੇਸਟ ਆ, ਇਹ ਥੋੜ੍ਹਾ ਜਿਹਾ ਕਰੰਚੀ ਆ, ਇਹਦੇ ਵਿੱਚ ਜ਼ਿਆਦਾ ਮਿੱਠਾ ਨਹੀਂ ਗਾ, ਇਹ ਥੋੜ੍ਹਾ ਜਿਹਾ ਮਤਲਬ ਜ਼ਿਆਦਾ ਰੜਿਆ ਹੋਇਆ ਆ, ਮੀਨ ਇਹ ਥੋੜ੍ਹਾ ਜਿਹਾ ਸਖਤ ਜ਼ਿਆਦਾ ਹੈ, ਬੜਾ ਪੋਲਾ ਨਹੀਂ ਗਾ। ਸੋ ਤੁਸੀਂ ਉਹਨੂੰ ਸਵਾਦ ਲੈ ਕੇ, ਤੁਸੀਂ ਉਹਨੂੰ ਐਕਸਪੀਰੀਅੰਸ ਕਰਕੇ, ਉਹਨੂੰ ਖਾ ਕੇ, ਉਹਨੂੰ ਟੇਸਟ ਕਰਕੇ ਫਿਰ ਤੁਸੀਂ ਲਿਖਿਆ, ਹੈ ਨਾ। ਬਿਲਕੁਲ ਇਸੇ ਤਰੀਕੇ ਦੇ ਨਾਲ ਪਰਮੇਸ਼ਰ ਦੀ ਬਾਣੀ ਪਹਿਲਾਂ ਉਹਨਾਂ ਦੇ ਜੀਵਨ 'ਚ ਉਤਰਦੀ ਆ। ਪਵਿੱਤਰ ਆਤਮਾ ਉਹਨਾਂ ਦੇ ਜੀਵਨ ਦੇ ਵਿੱਚ ਆਪਣੀਆਂ ਗੱਲਾਂ ਭੇਜਦਾ ਆ। ਫਿਰ ਜਦੋਂ ਪਵਿੱਤਰ ਆਤਮਾ ਉਹਨਾਂ ਨੇ ਜੀਵਨ ਵਿੱਚ ਆਪਣੀਆਂ ਗੱਲਾਂ ਭੇਜਦਾ, ਫਿਰ ਉਹ ਲਿਖਦੇ ਨੇ ਪਵਿੱਤਰ ਆਤਮਾ ਦੀ ਗਾਈਡੈਂਸ ਦੇ ਮੁਤਾਬਿਕ, ਪਵਿੱਤਰ ਆਤਮਾ ਦੇ ਲੀਡਿੰਗ ਦੇ ਮੁਤਾਬਿਕ ਲਿਖਦੇ ਨੇ। ਸੋ ਬਾਈਬਲ ਜੋ ਹੈ, ਯਾਦ ਰੱਖੋ, ਇਹ 100% ਡਿਵਾਈਨ ਹੈ ਤੇ 100% ਹਿਊਮਨ ਵੀ ਹੈ, ਕਿਉਂਕਿ ਹਿਊਮਨ ਲੋਕਾਂ ਨੇ ਲਿਖਿਆ ਆ। ਇਸ ਤਰੀਕੇ ਦੇ ਨਾਲ ਲਿਖਿਆ ਆ ਤਾਂ ਕਿ ਜਿਹੜੇ ਪੜ੍ਹਨ ਇਨਸਾਨ ਉਹ ਵੀ ਸਮਝ ਸਕਣ। ਐਸੀ ਬੋਲੀ ਦੇ ਨਾਲ ਲਿਖਿਆ। 40 ਲੋਕਾਂ ਨੇ ਬਾਈਬਲ ਲਿਖੀ ਆ ਤੇ ਪਹਿਲੇ ਤੇ ਅਖੀਰਲੇ ਇਨਸਾਨ ਨੇ ਜਿਹੜੀ ਬਾਈਬਲ ਲਿਖੀ ਸੀ, ਉਹਨਾਂ ਦੋਨਾਂ ਦੇ ਵਿੱਚ ਫਰਕ 1600 ਸਾਲ ਦਾ ਆ। ਦੇਖਣ ਵਾਲੀ ਗੱਲ ਹੈਗੀ ਹੈ, ਜੋ ਪਹਿਲੇ ਨੇ ਲਿਖਿਆ ਉਹੀ ਆਖਰ ਵਾਲੇ ਲਿਖਿਆ, ਲੇਕਿਨ 1600 ਸਾਲ ਦਾ ਫਰਕ ਵਿੱਚ ਆ। ਨਾ ਪਹਿਲਾਂ ਜਾਣਦਾ ਸੀ ਵੀ ਆਖਰੀ ਕੌਣ ਹੋਏਗਾ, ਨਾ ਆਖਰੀ ਜਾਣਦਾ ਸੀ ਪਹਿਲਾਂ ਕੌਣ ਹੋਏਗਾ, ਲੇਕਿਨ ਉਹਨੇ ਉਹੀ ਗੱਲਾਂ ਲਿਖੀਆਂ। ਕੋਈ ਵੀ ਇੱਦਾਂ ਦੀ ਗੱਲ ਇੱਕ ਦੂਜੇ ਨੂੰ ਕੰਟਰਾਡਿਕਟ ਕਰਦੀ ਹੋਈ ਨਹੀਂ ਲਿਖੀ। ਸੋ ਜਿੰਨੀਆਂ ਵੀ ਬਾਈਬਲ ਵਿੱਚ ਗੱਲਾਂ ਲਿਖੀਆਂ ਗਈਆਂ ਨੇ, ਉਹ 40 ਦੇ 40 ਲੋਕ ਜਿਹੜੇ ਨੇ ਉਹ ਬਿਲਕੁਲ ਯੂਨਿਟੀ ਵਿੱਚ ਹੈਗੇ ਨੇ। ਉਹਨਾਂ ਨੇ ਉਹੀ ਗੱਲਾਂ ਲਿਖੀਆਂ ਜਿਹੜੀਆਂ ਬਾਕੀਆਂ ਦੇ ਲਈ ਲਿਖੀਆਂ ਨੇ। ਸੋ ਪਤਾ ਲੱਗਦਾ ਕਲੀਅਰਲੀ ਕਿ ਵਾਕਈ ਇਹ ਪਵਿੱਤਰ ਆਤਮਾ ਦੇ ਥਾਈਂ ਦੀ ਲਿਖੀ ਗਈ ਹੈ। ਸੋ ਪ੍ਰਭੂ ਦਾ ਧੰਨਵਾਦ ਕਰਦੇ ਹਾਂ। ਸੋ ਇਹ ਆਓ ਬਾਈਬਲ ਵਿੱਚ ਇੱਕ ਵਾਰ ਹੋਰ ਦੇਖਾਂਗੇ। 2 ਪੀਟਰ ਚੈਪਟਰ 1 ਵਰਸ 20 ਤੇ 21 ਪੰਜਾਬੀ ਦੇ ਵਿੱਚ। ਜੀ ਹਾਂ, ਦੂਜਾ ਪਤਰਸ 1:20 ਤੇ 21। ਹਾਂ, ਪਰ ਸਭ ਤੋਂ ਪਹਿਲਾਂ ਤੁਹਾਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਧਰਮ ਗ੍ਰੰਥ ਵਿੱਚ ਆਏ ਅਗੰਮੀ ਵਾਕ ਦਾ ਅਰਥ ਕੋਈ ਮਨੁੱਖ ਵੀ ਆਪਣੇ ਆਪ ਨਹੀਂ ਕੱਢ ਸਕਦਾ ਹੈ, ਕਿਉਂਕਿ ਕੋਈ ਅਗੰਮੀ ਵਾਕ ਮਨੁੱਖ ਦੀ ਇੱਛਾ ਨਾਲ ਨਹੀਂ ਕੀਤਾ ਗਿਆ ਹੈ, ਸਗੋਂ ਮਨੁੱਖਾਂ ਨੇ ਪਵਿੱਤਰ ਆਤਮਾ ਦੀ ਪ੍ਰੇਰਨਾ ਹੇਠ ਹੀ ਪਰਮੇਸ਼ਰ ਦੇ ਵਚਨ ਬੋਲੇ ਹਨ। ਪ੍ਰੇਜ਼ ਦ ਲਾਰਡ, ਪ੍ਰੇਜ਼ ਦ ਲਾਰਡ। ਮੇਰੇ ਖਿਆਲ ਕਿ ਇਸ ਵਰਸ ਨੇ ਤਾਂ ਬਿਲਕੁਲ ਕਲੀਅਰ ਕਰ ਦਿੱਤਾ ਹੈਗਾ ਆ ਵੀ ਕਿਸ ਤਰ੍ਹਾਂ ਜਿਹੜੇ ਪਵਿੱਤਰ ਲੋਕ ਸੀਗੇ, ਸੰਤ ਲੋਕ ਸੀਗੇ, ਉਹਨਾਂ ਨੇ ਪਰਮੇਸ਼ਰ ਦੀ ਰੂਹ ਦੀ ਗਾਈਡੈਂਸ ਦੇ ਮੁਤਾਬਿਕ ਬਚਨ ਲਿਖਿਆ ਹੈਗਾ। ਮੈਂ ਵਿਸ਼ਵਾਸ ਕਰਦਾ ਕਿ ਪਹਿਲੇ ਪੌਣ ਦੇ ਨਾਲ ਤੁਹਾਡੇ ਜੀਵਨ ਵਿੱਚ ਬਹੁਤ ਜ਼ਿਆਦਾ ਇਨਕਰੇਜਮੈਂਟ ਆਏਗੀ ਬਾਈਬਲ ਪੜ੍ਹਨ ਦੇ ਵਾਸਤੇ। ਜਦੋਂ ਤੁਸੀਂ ਬਾਈਬਲ ਚੱਕੋਗੇ ਤੁਸੀਂ ਦੇਖੋਗੇ ਵਾਓ, ਇਹ ਰੱਬ ਦੀਆਂ ਪੱਤਰੀਆਂ ਨੇ, ਇਹ ਰੱਬ ਦੀਆਂ ਚਿੱਠੀਆਂ ਨੇ। ਆਮੀਨ। ਇਹ ਪਰਮੇਸ਼ਰ ਦੀਆਂ, ਪਰਮਾਤਮਾ ਦੀਆਂ ਚਿੱਠੀਆਂ ਨੇ ਜਿਹੜੀਆਂ ਲਿਖੀਆਂ ਹੋਈਆਂ ਨੇ ਤਾਂ ਕਿ ਆਪਾਂ ਜਦੋਂ ਇਹਨੂੰ ਪੜ੍ਹੀਏ ਆਪਾਂ ਪਰਮੇਸ਼ਰ ਦੀ ਗੱਲ ਨੂੰ, ਪਰਮੇਸ਼ਰ ਦੀ ਆਵਾਜ਼ ਨੂੰ ਸੁਣ ਸਕੀਏ, ਸਮਝ ਸਕੀਏ। ਆਮੀਨ। ਜ਼ਬਰਦਸਤ। ਦੂਜੇ ਨੰਬਰ ਤੇ ਭਰਾਵਾਂ ਦੇ ਬਾਰੇ ਜਿਹੜੀ ਮੈਂ ਤੁਹਾਡੇ ਨਾਲ ਗੱਲ ਕਰਨਾ ਚਾਹੁੰਦਾ ਹਾਂ ਉਹ ਹੈ ਕਿ ਜੋ ਬਾਈਬਲ ਹੈ ਇਹ ਇੱਕ ਕਹਾਣੀ ਹੈ, ਇੱਕ ਸਟੋਰੀ ਹੈ। ਤੁਹਾਨੂੰ ਦੱਸਣਾ ਚਾਹੁੰਦਾ ਕਿ ਬਾਈਬਲ ਦੇ ਜਿਹੜਾ ਓਲਡ ਟੈਸਟਮੈਂਟ ਆ, ਇਹ ਯਹੂਦੀ ਕੌਮ ਦੇ ਵਿੱਚ, ਇਜ਼ਰਾਈਲ ਕੌਮ ਦੇ ਵਿੱਚ ਪੁਰਾਣਾ ਨੇਮ ਜੋ ਹੈ ਉਹਨਾਂ ਦੀ ਹਿਸਟਰੀ ਦੀ ਕਿਤਾਬ ਕਹਿਲਾਈ ਜਾਂਦੀ ਆ। ਜਾਨੀ ਕਿ ਇਹ ਉਹਨਾਂ ਦੀ ਹਿਸਟਰੀ ਆ ਇਜ਼ਰਾਈਲ ਦੀ, ਯਹੂਦੀਆਂ ਦੀ। ਹੁਣ ਜਿਹੜੀ ਹਿਸਟਰੀ ਹੈ ਇਹ ਕਨਫਰਮ ਕੀਤੀ ਗਈ ਹਿਸਟਰੀ ਆ ਕਿ ਜੋ ਕੁਝ ਵੀ ਹੋਇਆ ਉਹ ਹੋਇਆ। ਆਮੀਨ। ਜੇ ਇੱਥੇ ਗੱਲ ਆਉਂਦੀ ਹੈਗੀ ਹੈ ਕਿ ਜਸ਼ੂਆ ਨੇ ਜਾਂ ਮੂਸਾ ਨੇ ਪਰਮੇਸ਼ਰ ਦੇ ਲੋਕਾਂ ਨੂੰ ਲੀਡ ਕੀਤਾ, ਗਾਈਡ ਕੀਤਾ ਤੇ ਉਹ ਸਮੁੰਦਰ ਖੁੱਲ੍ਹ ਗਿਆ। ਅੱਜ ਵੀ ਉਹਨਾਂ ਦੇ ਜਿਹੜੇ ਆਰਕੀਓਲੋਜਿਸਟ ਨੇ ਉਹਨਾਂ ਨੇ ਥੱਲੇ ਜ਼ਮੀਨ ਦੇ ਥੱਲੋਂ ਕੱਢ ਲਈਆਂ ਨੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਕਨਫਰਮ ਕਰਦੀਆਂ ਨੇ ਕਿ ਵਾਕਈ ਇਹ ਗੱਲ ਸੱਚੀ ਹੈ। ਜਸ਼ੂਆ ਨੇ ਜਦੋਂ ਦੁਆ ਕੀਤੀ ਸੀਗੀ, ਤੁਸੀਂ ਦੇਖਿਆ ਹੋਵੇਗਾ ਕਿ ਕਿਸ ਤਰ੍ਹਾਂ ਜੈਰੀਕੋ ਦੀਆਂ ਕੰਧਾਂ ਡਿੱਗੀਆਂ ਸੀਗੀਆਂ। ਆਮੀਨ।
ਤੇ ਉਹ ਵਾਕਈ ਕੰਧਾਂ ਉਹਨਾਂ ਨੂੰ ਲੱਭ ਗਈਆਂ ਹੈਗੀਆਂ ਕਿ ਡਿੱਗੀਆਂ ਹੋਈਆਂ ਹੈਗੀਆਂ ਨੇ। ਸੋ ਹਿਸਟਰੀ ਜਿਹੜੀ ਆ ਉਹ ਕਨਫਰਮਡ ਹਿਸਟਰੀ ਆ। ਸੋ ਇਹ ਤੋਂ ਪਤਾ ਲੱਗਦਾ ਕਿ ਜੋ ਬਾਈਬਲ ਹੈ ਉਹ ਐਵੇਂ ਨਹੀਂ ਲਿਖੀ ਗਈ ਵੀ ਕਿਸੇ ਨੇ ਲਿਖ ਦਿੱਤੀ ਜਾਂ ਕਿਸੇ ਹੋਰ ਨੇ ਲਿਖ ਦਿੱਤੀ, ਵੀ ਜੋ ਮਨ ਵਿੱਚ ਆਇਆ ਲਿਖ ਦਿੱਤਾ। ਪਤਾ ਨਹੀਂ ਸੱਚੀਆਂ ਵੀ ਹੈਗੀਆਂ ਨੇ, ਝੂਠੀਆਂ ਹੈਗੀਆਂ ਨੇ। ਕਈ ਲੋਕ ਕਹਿੰਦੇ ਨੇ ਪਾਸਟਰ ਤੁਹਾਨੂੰ ਕੀ ਪਤਾ ਵੀ ਇਹ ਗੱਲਾਂ ਸੱਚੀਆਂ ਨੇ ਜਾਂ ਨਹੀਂ ਸੱਚੀਆਂ। ਇਹ ਸੱਚੀਆਂ ਨੇ ਕਿਉਂ? ਕਿਉਂਕਿ ਇਹ ਹਿਸਟਰੀ ਦੀ ਬੁੱਕ ਆ। ਜਿਹੜੀ ਹਿਸਟਰੀ ਹੁੰਦੀ ਆ ਉਹ ਝੂਠੀ ਨਹੀਂ ਹੁੰਦੀ, ਉਹ ਸੱਚੀ ਹੁੰਦੀ ਆ। ਤੇ ਉਹਨਾਂ ਦੇ ਆਰਕੀਓਲੋਜਿਸਟ ਜਿਹੜੇ ਹੈਗੇ ਨੇ, ਉਹਨਾਂ ਦੇ ਜਿਹੜੇ ਥਿਓਲੋਜੀਅਨਸ ਹੈਗੇ ਨੇ, ਉਹਨਾਂ ਨੇ ਕਨਫਰਮ ਕਰ ਦਿੱਤਾ ਹੈਗਾ। ਅੱਜ ਵੀ ਤੁਸੀਂ ਇਜ਼ਰਾਈਲ ਦੇ ਵਿੱਚ, ਜਰੂਸਲਮ ਵਿੱਚ ਜਾ ਸਕਦੇ ਹੈਗੇ ਹੋ, ਤੁਸੀਂ ਦੇਖ ਸਕਦੇ ਹੈਗੇ ਹੋ ਉਹਨਾਂ ਦੀਆਂ ਉਹ ਸਾਰੀਆਂ ਬੀਤੀਆਂ ਗੱਲਾਂ, ਚੀਜ਼ਾਂ ਜਿਹੜੀਆਂ ਬਾਈਬਲ ਵਿੱਚ ਜ਼ਿਕਰ ਕੀਤਾ ਗਿਆ ਹੈ। ਆਮੇਨ। ਸੋ ਬਾਈਬਲ ਆਪਾਂ ਨੂੰ ਇੱਕ ਸੱਚੀ ਕਹਾਣੀ ਦੱਸਦੀ ਆ, ਸੱਚੀ ਕਹਾਣੀ। ਹੁਣ ਜੇ ਤੁਸੀਂ ਬਾਈਬਲ ਵਿੱਚ ਦੇਖੋ, ਦਾਊਦ ਉਹਨਾਂ ਦਾ ਬਹੁਤ ਵੱਡਾ ਰਾਜਾ ਹੋਇਆ ਸੀ। ਜੇ ਕਹਾਣੀ ਛੋਟੀ ਹੁੰਦੀ ਜਾਂ ਐਵੇਂ ਇੱਧਰ ਦੀਆਂ ਉੱਧਰ ਦੀਆਂ ਗੱਲਾਂ ਲਿਖੀਆਂ ਹੁੰਦੀਆਂ ਇਨਸਾਨਾਂ ਨੇ, ਉਹ ਕਦੇ ਵੀ ਆਪਣੇ ਮੁੱਖ ਰਾਜੇ ਦੇ ਬਾਰੇ, ਆਪਣੇ ਖਾਸ ਰਾਜੇ ਦੇ ਬਾਰੇ, ਹੈ ਨਾ, ਉਸ ਸਮੇਂ ਦਾ ਰਾਜੇ ਜਿਹੜੇ ਹੁੰਦੇ ਸੀਗੇ ਉਹ ਇੱਕ ਤਰ੍ਹਾਂ ਕਹਿ ਲਓ ਕਿ ਗੁਰੂ ਪੀਰ ਪੈਗੰਬਰ ਦਾ ਹੀ ਰੂਪ ਹੁੰਦੇ ਸੀਗੇ। ਉਹਨਾਂ ਨੂੰ ਬਹੁਤ ਇੱਜ਼ਤ ਮਾਣ ਦਿੱਤੀ ਜਾਂਦੀ ਸੀ, ਸਾਰੇ ਰਿਸਪੈਕਟ ਕਰਦੇ ਸੀਗੇ। ਰਾਜੇ ਦੇ ਬਾਰੇ ਕੋਈ ਗਲਤ ਨਾ ਲਿਖਦਾ। ਲੇਕਿਨ ਬਾਈਬਲ ਦੇ ਵਿੱਚ ਜਦੋਂ ਰਾਜੇ ਤੋਂ ਪਾਪ ਹੋ ਗਿਆ ਸੀ, ਜਦੋਂ ਰਾਜੇ ਤੋਂ ਇੱਕ ਬੰਦਾ ਮਾਰਿਆ ਗਿਆ ਸੀ, ਤੇ ਉਹ ਵੀ ਲਿਖਿਆ ਹੋਇਆ ਆ। ਜਾਣੀ ਕਿ ਉਹਨਾਂ ਦੇ ਜਿਹੜੇ ਰਾਜੇ ਹੋਏ ਨੇ, ਜਿਹੜੇ ਗੁਰੂ ਹੋਏ ਸੀਗੇ, ਲੀਡਰਸ ਹੋਏ ਸੀਗੇ, ਉਹਨਾਂ ਦੇ ਪੈਗੰਬਰਸ ਹੋਏ ਸੀਗੇ, ਉਹਨਾਂ ਦੀਆਂ ਗਲਤੀਆਂ ਵੀ ਵਿੱਚ ਦਰਜ ਨੇ। ਹੋਰ ਕਿਹੜੀ ਐਸੀ ਧਾਰਮਿਕ ਕਿਤਾਬ ਆ ਵੀ ਜਿਹਦੇ ਵਿੱਚ ਉਹਨਾਂ ਗੁਰੂਆਂ ਦੀਆਂ ਗਲਤੀਆਂ, ਉਹਨਾਂ ਦੇ ਗੁਰੂਆਂ ਦੇ ਪਾਪ, ਉਹਨਾਂ ਦੇ ਗੁਰੂਆਂ ਦਾ ਤਿਲਕਣਾ, ਉਹਨਾਂ ਦੇ ਗੁਰੂਆਂ ਦਾ ਡਿੱਗਣਾ ਲਿਖਿਆ ਗਿਆ ਹੋਵੇ? ਲੋਕਾਂ ਨੇ ਸਾਰਾ ਫਿਲਟਰ ਕਰ ਦਿੱਤਾ ਆ। ਤੁਹਾਨੂੰ ਕੁਝ ਵੀ ਗੁਰੂ ਪੀਰ ਪੈਗੰਬਰਾਂ ਦੀਆਂ ਗੱਲਾਂ ਨਹੀਂ, ਗੁਰੂ ਦੇ ਖਿਲਾਫ ਕੁਝ ਨਹੀਂ ਲਿਖਿਆ ਮਿਲੇਗਾ। ਗੁਰੂ ਤੋਂ ਕੋਈ ਗਲਤੀ ਹੋਈ, ਗੁਰੂ ਤੋਂ ਕੋਈ ਪਾਪ ਹੋਇਆ, ਗੁਰੂ ਤੋਂ ਕੋਈ ਜਨਾਹ ਹੋਇਆ, ਕੁਝ ਨਹੀਂ ਲਿਖਿਆ ਮਿਲੇਗਾ, ਕਿਉਂਕਿ ਉਹ ਇਨਸਾਨਾਂ ਦੀਆਂ ਲਿਖੀਆਂ ਹੋਈਆਂ ਕਿਤਾਬਾਂ ਨੇ ਤੇ ਇਨਸਾਨਾਂ ਨੇ ਉਹਨਾਂ ਕਿਤਾਬਾਂ ਦੇ ਵਿੱਚੋਂ ਸਾਰੀਆਂ ਮਾੜੀਆਂ ਚੀਜ਼ਾਂ ਕੱਢ ਦਿੱਤੀਆਂ ਹੈਗੀਆਂ ਨੇ। ਲੇਕਿਨ ਬਾਈਬਲ ਇੱਦਾਂ ਨਹੀਂ ਗੀ। ਬਾਈਬਲ ਦੇ ਵਿੱਚ ਚੰਗੀਆਂ ਚੀਜ਼ਾਂ ਵੀ ਤੁਹਾਨੂੰ ਦੇਖਣਗੀਆਂ ਤੇ ਜਿਹੜੀਆਂ ਚੰਗੀਆਂ ਨਹੀਂਗੀਆਂ ਉਹ ਵੀ ਦਿਖਣਗੀਆਂ। ਕਿਉਂ? ਤਾਂ ਕਿ ਜਿਹੜਾ ਇਨਸਾਨ ਜਦੋਂ ਪੜ੍ਹਦਾ ਆ, ਇਨਸਾਨ ਪੜ੍ਹ ਕੇ ਉਹ ਗਲਤੀ ਨਾ ਕਰ ਸਕੇ ਜਿਹੜੇ ਉਹਨਾਂ ਦੇ ਲੀਡਰਸ ਨੇ ਕੀਤੀਆਂ ਸੀਗੀਆਂ। ਸੋ ਬਾਈਬਲ ਜੋ ਹੈ ਉਹ ਇੱਕ ਟਰੂ ਸਟੋਰੀ ਹੈ, ਸੱਚੀ ਕਹਾਣੀ ਆ। ਮੂਸਾ ਉਹਨਾਂ ਦਾ ਬਹੁਤ ਵੱਡਾ ਲੀਡਰ ਹੋਇਆ, ਉਹਦੀਆਂ ਗੱਲਾਂ ਵੀ ਲਿਖੀਆਂ ਹੋਈਆਂ, ਮੂਸੇ ਦੀਆਂ ਗਲਤ ਗੱਲਾਂ ਵੀ ਲਿਖੀਆਂ ਹੋਈਆਂ ਨੇ। ਮੂਸੇ ਤੋਂ ਪਾਪ ਹੋ ਗਿਆ ਸੀਗਾ, ਮੂਸੇ ਤੋਂ ਇੱਕ ਬੰਦਾ ਮਾਰਿਆ ਗਿਆ ਸੀਗਾ ਤੇ ਮੂਸੇ ਨੇ ਗੁੱਸੇ ਦੇ ਵਿੱਚ ਬਹੁਤ ਕੁਝ ਕਰ ਦਿੱਤਾ ਸੀਗਾ। ਤੁਸੀਂ ਦੇਖ ਸਕਦੇ ਹੈਗੇ। ਸਲੋਮਨ ਬਹੁਤ ਵੱਡਾ ਰਾਜਾ ਹੋਇਆ ਸੀਗਾ, ਸਾਰੀ ਦੁਨੀਆ ਮੰਨਦੀ ਆ ਉਹਨੂੰ, ਉਹਦੀਆਂ ਜੀ ਗਲਤੀਆਂ ਸੀਗੀਆਂ ਹੋਈਆਂ, ਉਹ ਵੀ ਲਿਖੀਆਂ ਹੋਈਆਂ ਵਿੱਚ ਤੁਸੀਂ ਦੇਖੋ। ਪਤਰਸ ਤੋਂ ਜੋ ਗਲਤੀ ਹੋਈ ਸੀ, ਪਤਰਸ ਬਹੁਤ ਵੱਡਾ ਪਰਮੇਸ਼ਰ ਦਾ ਡਿਸਾਈਪਲ ਹੋਇਆ ਸੀ, ਉਹਨੇ ਡਿਨਾਈ ਕਰਤਾ ਸੀਗਾ ਪ੍ਰਭੂ ਯਿਸੂ ਮਸੀਹ ਜੀ ਨੂੰ। ਉਹਦੇ ਬਾਰੇ ਵੀ ਵਿੱਚ ਲਿਖਿਆ ਹੋਇਆ ਹੈ, ਦੇਖੋ ਤੁਸੀਂ। ਸੋ ਪ੍ਰਭੂ ਦਾ ਧੰਨਵਾਦ ਕਰਦੇ ਹੈਗੇ ਪ੍ਰਭੂ ਦੇ ਬਣੋ ਕਿ ਇਹ ਬਾਈਬਲ ਜੋ ਹੈ ਇਹ ਸਹੀ ਕਿਤਾਬ ਆ, ਸੱਚੀ ਕਿਤਾਬ ਆ। ਜਦੋਂ ਤੁਸੀਂ ਇਹਨੂੰ ਪੜ੍ਹਦੇ ਹੋ, ਇਹਦੇ ਵਿੱਚ ਕੁਝ ਵੀ ਝੂਠਾ ਨਹੀਂ ਗਾ। ਜਿਹੜੀਆਂ ਗੱਲਾਂ ਲਿਖੀਆਂ ਗਈਆਂ ਨੇ ਉੱਦਾਂ ਹੀ ਲਿਖੀਆਂ ਗਈਆਂ ਨੇ, ਜਿੱਦਾਂ ਸੀਗੀਆਂ, ਜਿੱਦਾਂ ਹੈਗੀਆਂ ਨੇ। ਸੋ ਇਹ ਪੜ੍ਹਨ ਦੇ ਨਾਲ ਆਪਾਂ ਨੂੰ ਸਿੱਖਿਆ ਮਿਲਦੀ ਆ, ਆਪਾਂ ਨੂੰ ਐਸੀ ਰੈਵਲੇਸ਼ਨ ਮਿਲਦੀ ਆ ਜੋ ਰੈਵਲੇਸ਼ਨ ਪਰਮੇਸ਼ਰ ਦਾ ਵਚਨ ਜੈਨੇਸਿਸ ਤੋਂ ਲੈ ਕੇ ਰੈਵਲੇਸ਼ਨ ਤੱਕ ਜਦੋਂ ਇਹਨੂੰ ਪੜ੍ਹਦੇ ਆ, ਆਪਾਂ ਨੂੰ ਇੱਕ ਐਸੀ ਅੰਡਰਸਟੈਂਡਿੰਗ ਮਿਲਦੀ ਆ ਕਿ ਆਪਾਂ ਇਸ ਵਚਨ ਨੂੰ ਸਮਝ ਸਕੀਏ। ਹੈ ਸੋ ਦੇਖਣ ਦੀ ਗੱਲ ਹੈਗੀ ਆ, ਇਹ ਜੋ 40 ਕਿਤਾਬਾਂ, 40 ਗੁਰੂਆਂ ਨੇ, ਇਹ ਲੀਡਰਸ ਨੇ 66 ਕਿਤਾਬਾਂ ਲਿਖੀਆਂ ਨੇ। ਇਹ 66 ਕਿਤਾਬਾਂ ਜਿਹੜੀਆਂ ਨੇ ਇੱਕ ਦੂਜੇ ਨੂੰ ਖੋਲਦੀਆਂ ਨੇ। ਪਹਿਲੀ ਕਿਤਾਬ ਆਖਰੀ ਕਿਤਾਬ ਦੀ ਕੁੰਜੀ ਆ, ਆਖਰੀ ਕਿਤਾਬ ਪਹਿਲੀ ਕਿਤਾਬ ਦੀ ਕੁੰਜੀ ਆ। ਇਹ ਇੱਕ ਦੂਸਰੀਆਂ ਕਿਤਾਬਾਂ ਦੇ ਵਾਸਤੇ ਕੁੰਜੀਆਂ ਨੇ। ਇਹ 66 ਕਿਤਾਬਾਂ ਇੱਕ ਦੂਸਰੇ ਨੂੰ ਖੋਲ੍ਹਦੀਆਂ ਨੇ, ਇੱਕ ਦੂਸਰੇ ਨੂੰ ਰਿਵੀਲ ਕਰਦੀਆਂ ਨੇ, ਇੱਕ ਦੂਸਰੇ ਨੂੰ ਅੰਡਰਸਟੈਂਡਿੰਗ ਦਿੰਦੇ ਨੇ। ਸੋ ਇਹ ਇੱਕ ਕਿਤਾਬ ਦੇ ਉੱਤੇ ਦੂਜੀ ਕਿਤਾਬ, ਤੁਸੀਂ ਕਿਤਾਬਾਂ ਖੜੀਆਂ ਕਰਕੇ ਤੁਸੀਂ ਰੱਬ ਦੀ ਬਹੁਤ ਉੱਚੀ ਨੌਲੇਜ ਦੇ ਵਿੱਚ ਜਾਂ ਬਹੁਤ ਗਹਿਰੀ ਨੌਲੇਜ ਤੱਕ ਪਹੁੰਚ ਸਕਦੇ ਹੈਗੇ। ਹਾਂ, ਜਦੋਂ ਤੁਸੀਂ ਕੋਈ ਪਹਿਲੀ ਕਿਤਾਬ ਪਹਿਲੀ ਵਾਰ ਪੜ੍ਹਦੇ ਹੋ, ਸ਼ਾਇਦ ਤੁਹਾਨੂੰ ਬਾਹਰ ਕੁਛ ਨਾ ਪਤਾ ਲੱਗੇ, ਲੇਕਿਨ ਜਦੋਂ ਤੁਸੀਂ ਦੂਜੀ ਵਾਰ ਕੋਈ ਹੋਰ ਕਿਤਾਬ ਪੜ੍ਹਦੇ ਹੋ, ਫਿਰ ਤੁਹਾਨੂੰ ਪਤਾ ਲੱਗਿਆ ਉਹ ਅੱਛਾ ਤਾਂ ਹੀ ਫਲਾਣੇ ਨੇ ਆਹ ਲਿਖਿਆ ਸੀ। ਜਦੋਂ ਤੁਸੀਂ ਤੀਜੀ ਵਾਰ ਪੜ੍ਹਦੇ ਹੋ, ਕੋਈ ਹੋਰ ਕਿਤਾਬ ਪੜ੍ਹਦੇ ਹੋ, ਤੁਸੀਂ ਕਹਿੰਦੇ ਉਹ ਵਾਹ, ਹੁਣ ਮੈਂ ਸਮਝ ਗਿਆ ਇਹ ਫਲਾਣੇ ਨੇ ਆਹ ਕਾਹਤੋਂ ਲਿਖਿਆ ਸੀ। ਸੋ ਦੂਸਰੀਆਂ ਕਿਤਾਬਾਂ ਦੇ ਵਿੱਚ ਲਿਖੀਆਂ ਹੋਈਆਂ ਚੀਜ਼ਾਂ, ਨੰਬਰਸ ਨੇ ਜਿਹੜੇ ਲਿਖੇ ਹੋਏ ਬਾਈਬਲ ਦੇ ਵਿੱਚ, ਉਹ ਵੀ ਮਤਲਬ ਨੇ। ਸੋਨਾ ਚਾਂਦੀ, ਮੈਟਲ ਲਾ ਲਓ ਤੁਸੀਂ, ਮਟੀਰੀਅਲ ਚੀਜ਼ਾਂ ਜਿਹੜੀਆਂ ਲਿਖੀਆਂ ਹੋਈਆਂ ਨੇ, ਤੱਤ ਨੇ ਜਿਹੜੇ, ਉਹ ਵੀ ਰਿਵੀਲ ਕਰਦੇ ਨੇ ਪਰਮੇਸ਼ਰ ਦੇ ਵਚਨ ਨੂੰ, ਉਹਦੀਆਂ ਛੁਪੀਆਂ ਹੋਈਆਂ ਗੱਲਾਂ ਨੂੰ। ਤੇ ਉਹ ਤੋਂ ਇਲਾਵਾ ਜੋ ਪਵਿੱਤਰ ਆਤਮਾ ਆਪਣੇ ਜੀਵਨ ਦੇ ਵਿੱਚ ਆ, ਰੱਬ ਦੀ ਹਜ਼ੂਰੀ ਜੋ ਆਪਣੇ ਜੀਵਨ ਦੇ ਵਿੱਚ ਆ, ਜਦੋਂ ਆਪਾਂ ਰੱਬ ਦੀ ਹਜ਼ੂਰੀ ਨਾਲ ਭਰ ਕੇ ਇਹਨਾਂ ਚੀਜ਼ਾਂ ਨੂੰ ਪੜ੍ਹਦੇ ਹਾਂ, ਵਾਓ ਪ੍ਰਭੂ ਦੇ ਬਣਾ, ਉਦੋਂ ਤਾਂ ਪ੍ਰਭੂ ਦਾ ਧੰਨਵਾਦ ਕਰਦੇ ਆ ਕਿ ਪਵਿੱਤਰ ਆਤਮਾ ਆਪਣੀਆਂ ਅੱਖਾਂ ਖੋਲ੍ਹ ਦਿੰਦਾ ਆ ਤਾਂ ਕਿ ਆਪਾਂ ਪਰਮੇਸ਼ਰ ਦੀ ਗਹਿਰਾਈ ਦੇ ਵਿੱਚ ਜਾ ਸਕੀਏ ਤੇ ਉਹਨੂੰ ਅੰਡਰਸਟੈਂਡ ਕਰ ਸਕੀਏ।
ਸੋ ਬਾਈਬਲ ਇੱਕ ਐਸੀ ਕਿਤਾਬ ਆ ਕਿ ਜਦੋਂ ਤੁਸੀਂ ਇਹਨੂੰ ਪੜ੍ਹਦੇ ਹੋ, ਇਹਦਾ ਲੇਖਕ ਆਥਰ ਪਵਿੱਤਰ ਆਤਮਾ ਮੌਜੂਦ ਹੁੰਦਾ ਆ। ਸੋ ਬਾਈਬਲ ਤੁਸੀਂ ਪੜ੍ਹ ਰਹੇ ਹੋ, ਤੁਹਾਨੂੰ ਕੋਈ ਚੀਜ਼ ਸਮਝ ਨਹੀਂ ਲੱਗ ਰਹੀ, ਤੁਸੀਂ ਪਵਿੱਤਰ ਆਤਮਾ ਨੂੰ ਪੁੱਛ ਸਕਦੇ ਹੋ, ਪਵਿੱਤਰ ਆਤਮਾ ਜੀ ਮੈਨੂੰ ਸਮਝ ਨਹੀਂ ਲੱਗ ਰਹੀ ਇਸ ਵਚਨ ਦੇ ਬਾਰੇ, ਮੈਨੂੰ ਪਲੀਜ਼ ਸਮਝਾਓ। ਸੋ ਪ੍ਰਭੂ ਦੇ ਵਚਨ ਦੇ ਵਿੱਚ ਆ ਵੀ ਲਿਖਿਆ, ਡਿਊਟਰੋਨੋਮੀ 29:29 'ਚ ਲਿਖਿਆ ਆ ਕਿ ਉਹ ਸਾਰੀਆਂ ਗੱਲਾਂ ਜਿਹੜੀਆਂ ਤੁਹਾਨੂੰ ਰਿਵੀਲ ਹੋ ਚੁੱਕੀਆਂ ਨੇ, ਉਹ ਤੁਹਾਡੇ ਵਾਸਤੇ ਨੇ, ਤਾਂ ਕਿ ਤੁਸੀਂ ਉਹਨਾਂ ਨੂੰ ਸਮਝ ਕੇ ਅੰਡਰਸਟੈਂਡ ਕਰਕੇ ਉਹਦੇ ਤੇ ਚੱਲ ਸਕੋ, ਉਹਦੇ ਤੇ ਕੰਮ ਕਰ ਸਕੋ, ਉਹਦੇ ਤੇ ਆਗਿਆਕਾਰੀ ਹੋ ਸਕੋ। ਲੇਕਿਨ ਜਿਹੜੀਆਂ ਗੱਲਾਂ ਹਜੇ ਰਿਵੀਲ ਨਹੀਂ ਹੋਈਆਂ ਉਹ ਗੁਪਤ ਨੇ। ਬਸ ਦੁਆ ਕਰੋ ਉਹਦੇ ਵਾਸਤੇ ਕਿ ਇੱਕ ਦਿਨ ਜੇ ਪ੍ਰਭੂ ਚਾਹੇਗਾ ਤੁਹਾਨੂੰ ਰਿਵੀਲ ਕਰੇਗਾ। ਬਾਈਬਲ ਇੱਕ ਐਸੀ ਕਿਤਾਬ ਹੈ, ਐਸੀ ਡੂੰਘੀ, ਐਸਾ ਡੂੰਘਾ ਸਮੁੰਦਰ ਆ ਜਿਹਦੇ ਡੂੰਘਾਈ ਦੇ ਵਿੱਚ ਆਪਾਂ ਪੂਰੀ ਤਰ੍ਹਾਂ ਪਹੁੰਚ ਨਹੀਂ ਸਕਦੇ। ਇਹਦੇ 'ਚ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਤੁਹਾਨੂੰ ਰਿਵੀਲ ਕੀਤੀਆਂ ਜਾਣਗੀਆਂ। ਉਦੋਂ ਤੁਹਾਡਾ ਫਰਜ਼ ਬਣਦਾ ਹੈ, ਤੁਹਾਡੀ ਰਿਸਪੌਂਸਿਬਿਲਿਟੀ ਆ, ਤੁਹਾਤੋਂ ਉਹਦਾ ਹਿਸਾਬ ਕਿਤਾਬ ਲਿਆ ਜਾਏਗਾ ਕਿ ਰੱਬ ਨੇ ਤੁਹਾਨੂੰ ਐਸੀ ਜ਼ਬਰਦਸਤ ਗਹਿਰੀ ਰਿਸਪੌਂਸਿਬਿਲਿਟੀ ਦਿੱਤੀ, ਤੁਹਾਨੂੰ ਰਿਵੀਲ ਕੀਤਾ, ਤੇ ਤੁਸੀਂ ਉਹ ਆਗਿਆਕਾਰੀ ਨਹੀਂ ਬਣੇ ਉਹਦੇ ਸਾਹਮਣੇ। ਸੋ ਕਈ ਵਾਰ ਕਈ ਭੈਣ ਭਰਾ ਕਹਿੰਦੇ ਨੇ ਪਾਸੀ ਮੈਂ ਦੁਆ ਕਰਦਾ ਕਿ ਪ੍ਰਭੂ ਮੈਨੂੰ ਸਾਰੀ ਬਾਈਬਲ ਸਮਝ ਲੱਗ ਜਾਏ, ਮੈਂ ਸਾਰੀ ਬਾਈਬਲ ਅੰਡਰਸਟੈਂਡ ਕਰ ਲਾਂ। ਮੈਂ ਅੱਖਾਂ ਖੋਲ੍ਹ ਕੇ ਦੇਖਦਾ ਉਹਨਾਂ ਵੱਲੋਂ, ਮੈਂ ਕਿਹਾ ਉਹ ਤੁਹਾਨੂੰ ਨਹੀਂ ਪਤਾ ਤੁਸੀਂ ਕੀ ਮੰਗ ਰਹੇ ਹੋ। ਜੇ ਸਾਰੀ ਬਾਈਬਲ ਤੁਹਾਨੂੰ ਸਮਝ ਲੱਗ ਜਾਏ, ਅੰਡਰਸਟੈਂਡ ਕਰ ਲਓ ਤੁਸੀਂ, ਤਾਂ ਤੁਹਾਡੇ ਤੋਂ ਬਹੁਤ ਵੱਡੀ ਰਿਸਪੌਂਸਿਬਿਲਿਟੀ ਆ। ਤੁਹਾਡਾ ਬਹੁਤ ਹਿਸਾਬ ਕਿਤਾਬ ਲਿਆ ਜਾਏਗਾ, ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਤੁਹਾਨੂੰ ਸਮਝ ਲੱਗ ਗਈਆਂ ਨੇ, ਅੰਡਰਸਟੈਂਡ ਲੱਗ ਗਈਆਂ, ਤੁਹਾਡੇ ਪੱਲੇ ਪੈ ਗਈਆਂ, ਤੁਹਾਡੇ ਦਿਲ ਵਿੱਚ ਆ ਗਈਆਂ ਨੇ। ਹੁਣ ਤੁਹਾਡਾ ਫਰਜ਼ ਬਣਦਾ ਆ ਕਿ ਤੁਸੀਂ ਪੂਰੇ ਉਤਰੋ ਉਹਦੇ ਉੱਤੇ। ਜੇ ਪੂਰੇ ਨਹੀਂ ਉਤਰੋਗੇ ਤਾਂ ਫਿਰ ਪ੍ਰਭੂ ਦੇ ਪੈਣਾ ਕਹਿ ਲਓ ਕਿ ਆਪਾਂ ਨੂੰ ਲੇਖੇ ਦੇਣੇ ਪੈਣਗੇ ਰੱਬ ਦੇ ਅੱਗੇ। ਆਮੇਨ। ਸੋ ਪਰਮੇਸ਼ਰ ਦਾ ਧੰਨਵਾਦ ਕਰਦੇ ਹੈਗੇ ਆ ਇਸ ਬਾਈਬਲ ਦੇ ਲਈ, ਇਸ ਵਚਨ ਦੇ ਵਾਸਤੇ। ਤੀਸਰੇ ਪੁਆਇੰਟ ਵਿੱਚ ਆਪਾਂ ਜਾਵਾਂਗੇ। ਤੀਸਰੇ ਪੁਆਇੰਟ 'ਚ ਮੈਂ ਦੱਸਣਾ ਚਾਹੁੰਦਾ ਕਿ ਜੋ ਬਾਈਬਲ ਦਾ ਮੇਨ ਫੋਕਸ ਆ ਰੱਬ ਦੇ ਉੱਤੇ ਆ, ਲੇਕਿਨ ਉਸ ਬਾਈਬਲ ਦੀ ਜਿਹੜੀ ਪਲਾਨ ਆ ਉਹ ਦੁਨੀਆ ਦੇ ਵਾਸਤੇ ਆ। ਮੇਨ ਫੋਕਸ ਰੱਬ ਦੇ ਉੱਤੇ ਆ, ਉਹਦੀ ਮੇਨ ਪਲਾਨ ਲੋਕਾਂ ਦੇ ਵਾਸਤੇ ਆ, ਦੁਨੀਆ ਦੇ ਵਾਸਤੇ ਆ। ਸੋ ਪ੍ਰਭੂ ਦਾ ਧੰਨਵਾਦ ਕਰਦੇ ਹੈਗੇ ਆ ਇਸ ਦੇ ਵਾਸਤੇ। ਸ਼ੋਰਲੀ ਜੋ ਰੱਬ ਹੈ ਉਹ ਬਾਈਬਲ ਦਾ ਮੇਨ ਕਰੈਕਟਰ ਹੈ। ਤਕਰੀਬਨ ਇੱਕ ਕਿਤਾਬ ਨੂੰ ਛੱਡ ਕੇ ਸਾਰੀ ਬਾਈਬਲ ਦੇ ਵਿੱਚ ਰੱਬ ਦਾ ਜ਼ਿਕਰ ਬਾਰ-ਬਾਰ ਆਉਂਦਾ ਆ। ਐਸਟਰ ਦੇ ਵਿੱਚ ਵੀ ਆਉਂਦਾ ਆ, ਲੇਕਿਨ ਇਨਡਾਇਰੈਕਟਲੀ ਆਉਂਦਾ ਆ। ਸੋ ਪਰਮੇਸ਼ਰ ਦਾ ਧੰਨਵਾਦ ਕਰਦੇ ਹੈਗੇ ਆ ਕਿ ਇਸ ਬਾਈਬਲ ਦੇ ਵਿੱਚ ਪਰਮੇਸ਼ਰ ਰਿਫਲੈਕਟ ਕਰ ਰਿਹਾ ਆ ਆਪਣਾ ਰੂਪ, ਆਪਣਾ ਸਰੂਪ, ਆਪਣਾ ਇਮੇਜ ਇਲੂਮੀਨੇਟ ਕਰ ਰਿਹਾ ਆ, ਰਿਵੀਲ ਕਰ ਰਿਹਾ ਆ ਸਾਰੀ ਦੁਨੀਆ ਨੂੰ ਰੱਬ ਆਪਣਾ ਰੂਪ। ਰੱਬ ਕਿੱਦਾਂ ਦਾ ਆ, ਰੱਬ ਕਿੱਦਾਂ ਸੋਚਦਾ ਆ, ਰੱਬ ਕਿੱਦਾਂ ਚਾਹੁੰਦਾ ਆ, ਰੱਬ ਕਿੱਦਾਂ ਖੁਸ਼ ਹੁੰਦਾ, ਰੱਬ ਕਿੱਦਾਂ ਪ੍ਰਸੰਨ ਕੀਤਾ ਜਾ ਸਕਦਾ, ਰੱਬ ਕਿੱਦਾਂ ਦੁਖੀ ਹੁੰਦਾ, ਕਿਹੜੀ ਚੀਜ਼ ਰੱਬ ਨੂੰ ਭਾਉਂਦੀ ਆ, ਕਿਹੜੀ ਚੀਜ਼ ਰੱਬ ਨੂੰ ਚੰਗੀ ਲੱਗਦੀ ਆ, ਕਿਹੜੀ ਚੀਜ਼ ਰੱਬ ਨੂੰ ਹਰਟ ਕਰ ਸਕਦੀ ਆ, ਕਿਹੜੀ ਚੀਜ਼ ਰੱਬ ਦੇ ਮੁਤਾਬਿਕ ਠੀਕ ਆ, ਰੱਬ ਦੇ ਕਿਹੜੇ ਖਜ਼ਾਨੇ ਨੇ, ਕਿਹੜੀ ਚੀਜ਼ ਵਿੱਚ ਰੱਬ 'ਚ ਬਚ ਸਕਦੇ ਆ, ਕਿਹੜੀ ਚੀਜ਼ ਸਾਨੂੰ ਰੱਬ ਤੋਂ ਦੂਰ ਕਰ ਸਕਦੀ ਆ। ਰੱਬ ਦਾ ਕਰੈਕਟਰ ਬਾਈਬਲ ਦੇ ਵਿੱਚ ਲਿਖਿਆ ਹੋਇਆ ਆ। ਸਾਰੀਆਂ ਕਿਤਾਬਾਂ ਦੇ ਵਿੱਚ ਜੋ ਪੜ੍ਹਦੇ ਹੋ ਤੁਹਾਨੂੰ ਤੁਹਾਡੇ ਰੱਬ ਦੇ ਬਾਰੇ ਪਤਾ ਲੱਗੇਗਾ ਵੀ ਰੱਬ ਇੱਦਾਂ ਦਾ, ਰੱਬ ਦਾ ਕਰੈਕਟਰ ਇੱਦਾਂ ਦਾ, ਰੱਬ ਦਾ ਕਰੈਕਟਰ ਇੱਦਾਂ, ਰੱਬ ਦਾ ਮਨ ਇੱਦਾਂ ਦਾ। ਤੇ ਜੋ ਤੁਹਾਨੂੰ ਉਹਦੇ ਬਾਰੇ ਪਤਾ ਲੱਗੇਗਾ, ਜਿਉਂ ਤੁਸੀਂ ਉਸ ਤਰ੍ਹਾਂ ਦੀ ਜ਼ਿੰਦਗੀ ਬਤੀਤ ਕਰ ਸਕੋਗੇ ਤਾਂ ਕਿ ਰੱਬ ਨੂੰ ਪ੍ਰਸੰਨ ਕਰ ਸਕੀਏ। ਆਮੇਨ। ਪ੍ਰਭੂ ਦਾ ਧੰਨਵਾਦ ਕਰਦੇ ਹੈਗੇ ਆ ਇਸ ਦੇ ਵਾਸਤੇ। ਆਮੇਨ। ਤੇ ਸ਼ੋਰਲੀ ਪ੍ਰਭੂ ਦਾ ਵਚਨ ਕਹਿੰਦਾ ਹੈ ਕਿ ਪਰਮੇਸ਼ਰ ਨੇ ਆਦਮ ਤੇ ਹਵਾ ਨੂੰ ਜਦੋਂ ਬਣਾਇਆ ਸੀ, ਸ਼ੈਤਾਨ ਨੇ ਉਹਨਾਂ ਤੋਂ ਪਾਪ ਕਰਾ ਲਿਆ ਸੀਗਾ। ਜਦੋਂ ਉਹਨਾਂ ਨੇ ਪਾਪ ਕਰਾ ਲਿਆ, ਸ਼ੈਤਾਨ ਨੇ ਪਾਪ ਕਰਾ ਲਿਆ ਸੀਗਾ, ਤੇ ਉਹਨਾਂ ਨੇ ਪਾਪ ਕਰਤਾ ਤੇ ਉਹ ਪਾਪ 'ਚ ਡਿੱਗ ਪਏ ਸੀ। ਤੇ ਜਦੋਂ ਪਾਪ 'ਚ ਡਿੱਗ ਪਏ ਸੀ ਉਹ ਰੱਬ ਤੋਂ ਦੂਰ ਹੋ ਗਏ ਸੀ, ਤੇ ਰੱਬ ਦੇ ਨੇੜੇ ਨਹੀਂ ਜਾਂਦੇ ਸੀ, ਡਰਦੇ ਸੀ। ਸੋ ਇਨਸਾਨ ਜਦੋਂ ਪਾਪ ਦੇ ਵਿੱਚ ਹੁੰਦਾ ਆ, ਇਨਸਾਨ ਡਰਦਾ ਆ, ਰੱਬ ਦੇ ਨੇੜੇ ਨਹੀਂ ਜਾਂਦਾ, ਰੱਬ ਦੇ ਨਜ਼ਦੀਕ ਨਹੀਂ ਜਾਂਦਾ। ਉਹ ਪਾਪ, ਉਹ ਸ਼ੈਤਾਨ ਰੱਬ ਦੇ ਨੇੜੇ ਜਾਣ ਨਹੀਂ ਦਿੰਦਾ। ਲੇਕਿਨ ਜਦੋਂ ਆਪਾਂ ਰੱਬ ਦੇ ਰੂਪ ਵਿੱਚ ਵੱਧਦੇ ਹਾਂ, ਰੱਬ ਦੇ ਵਚਨਾਂ ਨੂੰ ਪੜ੍ਹਦੇ ਹਾਂ, ਪਰਮੇਸ਼ਰ ਦੇ ਵਚਨਾਂ ਨੂੰ ਪੜ੍ਹਦੇ ਹਾਂ, ਤੇ ਪਰਮੇਸ਼ਰ ਦੇ ਵਚਨਾਂ ਨੂੰ ਪੜ੍ਹ ਕੇ ਸਾਨੂੰ ਪਰਮੇਸ਼ਰ ਦੀ ਇੱਕ ਰਿਡੈਂਪਸ਼ਨ ਦੀ ਪਲਾਨ ਨਜ਼ਰ ਆਉਂਦੀ ਆ ਕਿ ਰੱਬ ਨੇ ਇੱਕ ਪਲਾਨ ਬਣਾਈ, ਇੱਕ ਤਰੀਕਾ ਬਣਾਇਆ, ਇੱਕ ਯੋਜਨਾ ਬਣਾਈ ਹੈ ਕਿ ਇਸ ਤਰ੍ਹਾਂ ਦੀ ਪਲਾਨ ਕਰਦੇ ਆ ਜਿਹਦੇ ਨਾਲ ਪਾਪ ਵੀ ਮਾਰ ਦਈਏ, ਸ਼ੈਤਾਨ ਨੂੰ ਵੀ ਡਿਸਟਰੋਏ ਕਰ ਦਈਏ, ਤੇ ਨਰਕਾਂ ਦੇ ਦਰਵਾਜ਼ੇ ਬੰਦ ਕਰ ਦਈਏ ਲੋਕਾਂ ਦੇ ਵਾਸਤੇ। ਸੋ ਤੁਹਾਨੂੰ ਪਤਾ ਹੈਗਾ ਕਿ ਕਿਸ ਤਰ੍ਹਾਂ ਪ੍ਰਭੂ ਯਿਸੂ ਮਸੀਹ ਜੀ ਇਸ ਦੁਨੀਆ ਦੇ ਵਿੱਚ ਆਏ, ਤੇ ਸਾਰੀ ਪਲਾਨ ਤੁਹਾਨੂੰ ਆਦਮ ਤੇ ਹਵਾ ਤੋਂ ਲੈ ਕੇ 6000 ਸਾਲਾਂ ਦੀ ਪਲਾਨ ਸੀਗੀ ਤਕਰੀਬਨ। ਸੋ ਸਾਰੇ 6000 ਸਾਲਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੈਗੇ ਹੋ ਕਿ ਕਿਸ ਤਰ੍ਹਾਂ
ਪਰਮੇਸ਼ਰ ਨੇ ਇਹ ਯੋਜਨਾ ਬਣਾਈ ਤੇ ਆਪਣੇ ਪੁੱਤਰ ਨੂੰ ਇਹ ਦੁਨੀਆ ਵਿੱਚ ਭੇਜਿਆ, ਤੇ ਕਿਸ ਤਰ੍ਹਾਂ ਕਿ ਉਹਨੇ ਜਨਮ ਲਿਆ ਤੇ ਸਲੀਬ ਤੇ ਮਾਰਿਆ ਗਿਆ, ਤੇ ਮਰਨ ਤੋਂ ਬਾਅਦ ਉਹਨੇ ਕੁਰਬਾਨੀ ਦਿੱਤੀ ਸਲੀਬ ਦੇ ਉੱਤੇ ਆਪਣੇ ਪਾਪਾਂ ਦੀ, ਤੇ ਜਿਹੜੇ ਇਨਸਾਨ ਵੀ ਉਹਦੇ 'ਚ ਵਿਸ਼ਵਾਸ ਕਰਦੇ ਨੇ ਉਹਨਾਂ ਦਾ ਜੀਵਨ ਜਿਹੜਾ ਦੁਬਾਰਾ ਫਿਰ ਟਰਾਂਸਫਾਰਮ ਹੋ ਜਾਂਦਾ ਆ, ਉਹਨਾਂ ਦਾ ਜੀਵਨ ਦੁਬਾਰਾ ਫਿਰ ਬਦਲ ਜਾਂਦਾ ਆ। ਉਹਨਾਂ ਦੇ ਜੀਵਨ ਦੇ ਵਿੱਚ ਦੁਬਾਰਾ ਫਿਰ ਪਰਮੇਸ਼ਰ ਦਾ ਚਾਨਣਾ ਆ ਜਾਂਦਾ ਆ, ਪਰਮੇਸ਼ਰ ਦੀ ਹਜ਼ੂਰੀ ਆ ਜਾਂਦੀ ਹੈ। ਸੋ ਉਹਦੇ ਨਾਲ ਸ਼ੈਤਾਨ ਹਰਾ ਦਿੱਤਾ ਗਿਆ, ਪਾਪ ਮਾਫ ਕਰ ਦਿੱਤੇ ਗਏ, ਤੇ ਨਰਕਾਂ ਦੇ ਦਰਵਾਜ਼ੇ ਬੰਦ ਕਰ ਦਿੱਤੇ ਗਏ। ਕਿਹਨਾਂ ਦੇ ਲਈ? ਵਿਸ਼ਵਾਸੀਆਂ ਦੇ ਵਾਸਤੇ। ਸੋ ਜੇ ਤੁਸੀਂ ਅੱਜ ਪ੍ਰਭੂ ਯਿਸੂ ਮਸੀਹ ਵਿੱਚ ਵਿਸ਼ਵਾਸ ਕਰੋ, ਇਹ ਪਹਿਲੇ 3 ਚੀਜ਼ਾਂ ਤੁਹਾਡੇ ਵਿੱਚ ਹੋਣਗੀਆਂ। ਕਿਹੜੀਆਂ? ਤੁਹਾਡੇ ਜੀਵਨ ਦੇ ਪਾਪ ਮਾਫ ਹੋ ਜਾਣਗੇ, ਤੁਹਾਡੇ ਜੀਵਨ ਦੇ ਵਿੱਚ ਸ਼ੈਤਾਨ ਹਾਰਿਆ ਜਾਵੇਗਾ, ਸ਼ੈਤਾਨ ਦੀ ਇੱਕ ਨਹੀਂ ਚੱਲੇਗੀ ਤੁਹਾਡੇ ਜੀਵਨ ਵਿੱਚ। ਤੀਜੇ ਨੰਬਰ ਤੇ ਨਰਕਾਂ ਦੇ ਦਰਵਾਜ਼ੇ ਤੁਹਾਡੇ ਵਾਸਤੇ ਬੰਦ ਹੋ ਜਾਣਗੇ। ਰੱਬ ਨਾ ਕਰੇ ਕੁਝ ਹੋ ਜਾਂਦਾ ਹੈ, ਤੁਸੀਂ ਦੁਨੀਆ ਨੂੰ ਛੱਡ ਕੇ ਚਲੇ ਜਾਂਦੇ ਹੋ, ਤੁਸੀਂ ਸਵਰਗਾਂ 'ਚ ਜਾਓਗੇ, ਕਿਉਂਕਿ ਨਰਕਾਂ ਦੇ ਦਰਵਾਜ਼ੇ ਵਿਸ਼ਵਾਸੀਆਂ ਦੇ ਵਾਸਤੇ ਬੰਦ ਨੇ। ਕਿਹਨੇ ਕੀਤੇ ਨੇ ਬੰਦ? ਰੱਬ ਨੇ ਬੰਦ ਕੀਤੇ ਨੇ, ਪ੍ਰਭੂ ਯਿਸੂ ਮਸੀਹ ਦੀ ਕੁਰਬਾਨੀ ਨੇ ਬੰਦ ਕੀਤੇ ਨੇ। ਸੋ ਤਾਂ ਹੀ ਪ੍ਰਭੂ ਯਿਸੂ ਨੂੰ ਮੁਕਤੀਦਾਤਾ ਕਿਹਾ ਜਾਂਦਾ ਹੈ, ਬਖਸ਼ਣਹਾਰ ਕਿਹਾ ਜਾਂਦਾ ਹੈ। ਸੋ ਇਹ ਬਾਈਬਲ ਦਾ ਮੇਨ ਫੋਕਸ ਰੱਬ ਤੇ ਆ, ਲੇਕਿਨ ਬਾਈਬਲ ਦੀ ਜਿਹੜੀ ਪਲਾਨ ਆ ਉਹ ਦੁਨੀਆ ਦੇ ਵਾਸਤੇ ਆ। ਇਹ ਪਰਮੇਸ਼ਰ ਦਾ ਵਚਨ ਆਪਾਂ ਨੂੰ ਦੱਸਦਾ ਹੈਗਾ। ਸੋ ਚੌਥੇ ਨੰਬਰ ਤੇ ਬਰਾਬਰ ਦੇ ਮੈਂ ਤੁਹਾਨੂੰ ਸ਼ੇਅਰ ਕਰਨਾ ਚਾਹੁੰਦਾ ਹੈਗਾ ਆ ਕਿ ਜਿਹੜੀ ਬਾਈਬਲ ਹੈਗੀ ਆ ਲਿਖੀ ਗਈ ਆ ਆਪਣੇ ਲਈ ਨਹੀਂ ਲਿਖੀ ਗਈ, ਆਪਣੇ ਵਾਸਤੇ ਲਿਖੀ ਗਈ ਹੈ। ਆਪਣੇ ਲਈ ਨਹੀਂ ਲਿਖੀ ਗਈ, ਆਪਣੇ ਵਾਸਤੇ ਲਿਖੀ ਗਈ ਹੈ। ਕੀ ਮਤਲਬ ਕੀ ਹੈਗਾ? ਕੀ ਮਤਲਬ ਹੈ ਇਹਦਾ? ਮੈਂ ਤੁਹਾਨੂੰ ਸਮਝਾਉਣਾ ਚਾਹੁੰਦਾ ਹੈਗਾ ਕਿ ਇਹ ਪਰਮੇਸ਼ਰ ਦਾ ਵਚਨ ਜਿਹੜਾ ਹੈਗਾ ਆ, ਇਹ ਰੱਬ ਨੇ ਆਪਣੇ ਲਈ ਨਹੀਂ ਲਿਖਿਆ ਗਿਆ, ਆਪਣੇ ਵਾਸਤੇ। ਮਤਲਬ ਤਾਂ ਕਿ ਇਹ ਵਚਨ ਨੂੰ ਇਸਤੇਮਾਲ ਕਰਕੇ, ਇਹਨਾਂ ਸ਼ਬਦਾਂ ਨੂੰ ਇਸਤੇਮਾਲ ਕਰਕੇ ਆਪਾਂ ਪਰਮੇਸ਼ਰ ਦੇ ਰਾਹ ਤੇ ਚੱਲ ਸਕੀਏ। ਇਹਨਾਂ ਸ਼ਬਦਾਂ ਨੂੰ ਇਸਤੇਮਾਲ ਕਰਕੇ ਆਪਾਂ ਪ੍ਰਭੂ ਦੇ ਕਰੀਬ ਆ ਸਕੀਏ। ਇਹਨਾਂ ਸ਼ਬਦਾਂ ਨੂੰ ਇਸਤੇਮਾਲ ਕਰਕੇ ਆਪਾਂ ਪ੍ਰਭੂ 'ਚ ਵੱਧ ਸਕੀਏ। ਆਓ ਪੜਾਂਗੇ ਪ੍ਰਭੂ ਦੇ ਵਚਨ ਵਿੱਚੋਂ, ਦੇਖਾਂਗੇ ਰੋਮਨਸ ਚੈਪਟਰ 5 ਵਰਸ 4 ਦੇਖਾਂਗੇ ਆਪਾਂ। ਧਿਆਨ ਦੇਣਾ, ਰੋਮਨਸ ਚੈਪਟਰ 15 ਵਰਸ 4 ਪੰਜਾਬੀ ਦੇ ਵਿੱਚ। ਜੀ ਹਾਂ, ਰੋਮਨ 15:4 ਜੋ ਕੁਝ ਵੀ ਧਰਮ ਗ੍ਰੰਥ ਵਿੱਚ ਲਿਖਿਆ ਗਿਆ ਹੈ ਸਾਡੀ ਸਿੱਖਿਆ ਲਈ ਲਿਖਿਆ ਗਿਆ ਹੈ ਕਿ ਉਸ ਤੋਂ ਧੀਰਜ ਅਤੇ ਉਤਸ਼ਾਹ ਪ੍ਰਾਪਤ ਕਰਕੇ ਅਸੀਂ ਆਸਵਾਨ ਹੋਈਏ। ਬਿਲਕੁਲ, ਹਾਲੇਲੂਇਆ, ਆਮੇਨ। ਸੋ ਜਿੰਨੇ ਵੀ ਵਾਅਦੇ ਪਰਮੇਸ਼ਰ ਨੇ ਬਾਈਬਲ ਵਿੱਚ ਲਿਖੇ ਗਏ ਨੇ, ਇਹ ਸਾਰੇ ਵਾਅਦੇ ਤਾਂ ਹੀ ਦਿੱਤੇ ਗਏ ਨੇ ਆਪਾਂ ਨੂੰ, ਤਾਂ ਕਿ ਆਪਾਂ ਇਹਨਾਂ ਵਾਅਦਿਆਂ ਨੂੰ ਮੰਗ ਕੇ, ਇਹਨਾਂ ਵਾਅਦਿਆਂ ਨੂੰ ਕਲੇਮ ਕਰਕੇ ਪਰਮੇਸ਼ਰ ਦੀਆਂ ਉਹ ਸਾਰੀਆਂ ਬਰਕਤਾਂ ਪ੍ਰਾਪਤ ਕਰ ਸਕੀਏ ਤੇ ਆਪਾਂ ਪਰਮੇਸ਼ਰ ਦੇ ਰਾਹ ਤੇ ਚੱਲਣ ਦੇ ਯੋਗ ਹੋ ਸਕੀਏ। ਪਰਮੇਸ਼ਰ ਦਾ ਵਚਨ ਆ ਜਿਹੜਾ ਜਦੋਂ ਆਪਾਂ ਪੜ੍ਹਦੇ ਹਾਂ ਉਹ ਆਪਾਂ ਇੰਸਟਰਕਟ ਕਰਦਾ ਆ। ਪਰਮੇਸ਼ਰ ਦਾ ਵਚਨ, ਪਰਮੇਸ਼ਰ ਦੀ ਆਵਾਜ਼ ਦੀ ਇੰਸਟਰਕਸ਼ਨ ਆਪਣੇ ਵਿੱਚ ਆਉਂਦੀ ਆ। ਉਹਦੀ ਆਵਾਜ਼ ਸਾਨੂੰ ਇੰਸਟਰਕਟ ਕਰਦੀ ਆ, ਥੋੜਾ ਸੱਜਾ, ਥੋੜਾ ਦਾएं, ਥੋੜਾ ਬਾएं, ਥੋੜਾ ਆਗੇ, ਥੋੜਾ ਪਿੱਛੇ। ਇੰਸਟਰਕਟ ਕਰਦਾ ਹੈ ਪਰਮੇਸ਼ਰ ਦਾ ਵਚਨ, ਤਾਂ ਕਿ ਆਪਾਂ ਪਰਮੇਸ਼ਰ ਦੀ ਇੰਸਟਰਕਸ਼ਨਸ ਦੇ ਮੁਤਾਬਿਕ ਚੱਲ ਸਕੀਏ ਪ੍ਰਭਤ ਪਰਮ। ਤੇ ਪਰਮੇਸ਼ਰ ਦਾ ਵਚਨ ਸਾਨੂੰ ਇੰਪਾਵਰ ਵੀ ਕਰਦਾ ਆ, ਆਪਾਂ ਨੂੰ ਸ਼ਕਤੀ ਦਿੰਦਾ ਆ, ਆਪਾਂ ਨੂੰ ਅਥਾਰਟੀ ਦਿੰਦਾ ਆ, ਆਪਾਂ ਨੂੰ ਤਾਕਤ ਦਿੰਦਾ ਆ, ਤਾਂ ਕਿ ਸ਼ੈਤਾਨੀ ਯੋਜਨਾਵਾਂ ਨੂੰ ਆਪਾਂ ਕੈਂਸਲ ਕਰ ਸਕੀਏ, ਸਮਝ ਸਕੀਏ, ਇਹ ਦੁਨੀਆ ਦੀਆਂ ਗਲਤ ਚੀਜ਼ਾਂ ਨੂੰ ਆਪਾਂ ਸਮਝ ਸਕੀਏ, ਪਾਪ ਨੂੰ ਆਪਾਂ ਸਮਝ ਸਕੀਏ, ਸਰੀਰਕ ਕਾਮਨਾਵਾਂ ਨੂੰ ਸਮਝ ਸਕੀਏ, ਤੇ ਉਹਨਾਂ ਸਾਰਿਆਂ ਨੂੰ ਡਿਸਟਰੋਏ ਕਰਕੇ ਆਪਾਂ ਪਵਿੱਤਰਤਾ ਦੇ ਵਿੱਚ ਅੱਗੇ ਵੱਧ ਸਕੀਏ। ਤੇ ਨਾਲੇ ਕਿ ਕਿਸ ਤਰ੍ਹਾਂ ਆਪਾਂ ਈਮਾਨ 'ਚ ਖੜੇ ਰਹਿਣਾ ਆ, ਕਿਸ ਤਰ੍ਹਾਂ ਆਪਣਾ ਈਮਾਨ ਪੱਕਾ ਹੋਣਾ ਚਾਹੀਦਾ, ਕਿਸ ਤਰ੍ਹਾਂ ਆਪਣਾ ਈਮਾਨ ਸਟਰੋਂਗ ਹੋਣਾ ਚਾਹੀਦਾ, ਕਿਸ ਤਰ੍ਹਾਂ ਆਪਾਂ ਈਮਾਨ ਦੇ ਵਿੱਚ ਹੋਰ ਵੱਧ ਸਕਦੇ ਹਾਂ, ਕਿਸ ਤਰ੍ਹਾਂ ਆਪਾਂ ਫੇਥ ਵਿੱਚ ਹੋਰ ਵੱਧ ਸਕਦੇ ਹਾਂ। ਇਹ ਸਾਰੀਆਂ ਗੱਲਾਂ ਪਰਮੇਸ਼ਰ ਦਾ ਵਚਨ ਆਪਾਂ ਨੂੰ ਦੱਸਦਾ ਹੈਗਾ। ਇਹੀ ਨਹੀਂ ਬਲਕਿ ਪ੍ਰਭੂ ਦਾ ਵਚਨ ਜਦੋਂ ਆਪਾਂ ਪੜ੍ਹਦੇ ਹਾਂ, ਪਰਮੇਸ਼ਰ ਦਾ ਵਚਨ ਆਪਾਂ ਪੜ੍ਹਦੇ ਹਾਂ, ਉਹ ਵਚਨ ਪੜ੍ਹਨ ਦੇ ਨਾਲ ਸਾਨੂੰ ਹੋਪ ਮਿਲਦੀ ਹੈ, ਸਾਨੂੰ ਆਸ਼ਾ ਮਿਲਦੀ ਹੈ, ਆਸ ਜਾਗਦੀ ਹੈ ਸਾਡੇ ਵਿੱਚ। ਨਹੀਂ, ਦਿਲ ਨਾ ਛੱਡੋ, ਹਜੇ ਵੀ ਆਸ ਹੈ। ਆਪਣੇ ਬੱਚੇ ਬਦਲ ਸਕਦੇ ਨੇ, ਆਪਣਾ ਹਸਬੈਂਡ ਬਦਲ ਸਕਦਾ ਆ, ਆਪਣੀ ਵਾਈਫ ਬਦਲ ਸਕਦੀ ਆ, ਆਪਣਾ ਘਰਾਣਾ ਬਦਲ ਸਕਦਾ ਆ, ਆਪਣੀ ਕੌਮ ਬਦਲ ਸਕਦੀ ਆ, ਆਪਣੇ ਦੋਸਤ ਮਿੱਤਰ ਬਦਲ ਸਕਦੇ ਨੇ, ਦੁਸ਼ਮਣ ਵੀ ਬਦਲ ਸਕਦੇ ਨੇ, ਮਾਫੀ ਮੰਗ ਸਕਦੇ ਨੇ। ਹੋਪ ਹੈ, ਆਸ਼ਾ ਹੈ, ਆਸ ਹੈ। ਇੱਕ ਰੱਬ ਤੇ ਸਾਡੀ ਬਹੁਤ ਵੱਡੀ ਆਸ ਹੈ ਕਿ ਸਾਨੂੰ ਉਹ ਡੁੱਬਣ ਨਹੀਂ ਦੇਵੇਗਾ, ਉਹ ਸਾਨੂੰ ਹਰ ਇੱਕ ਸਿਚੁਏਸ਼ਨ ਚੋਂ ਕੱਢੇਗਾ, ਉਹ ਸਾਨੂੰ ਹਰ ਇੱਕ ਮੁਸ਼ਕਿਲ ਤੋਂ ਕੱਢੇਗਾ। ਉਹਨੇ ਵਾਅਦੇ ਦਿੱਤੇ ਹੈਗੇ ਨੇ, ਉਹਨਾਂ ਦੇ ਵਾਅਦੇ ਜੋ ਆਪਾਂ ਕਲੇਮ ਕਰਦੇ ਹਾਂ। ਪ੍ਰਭੂ ਤੂੰ ਆਖਿਆ ਸੀਗਾ ਵੀ ਤੇਰੇ ਲਈ ਕੁਝ ਨਾਮੁਮਕਿਨ ਨਹੀਂ ਹੋਵੇਗਾ, ਤੂੰ ਆਖਿਆ ਸੀ ਪ੍ਰਭੂ ਦਰਵਾਜ਼ੇ ਖੋਲੇਗਾ, ਪ੍ਰਭੂ ਤੁਸੀਂ ਦਰਵਾਜ਼ੇ ਖੋਲੋ, ਤੂੰ ਆਖਿਆ ਸੀ ਪ੍ਰਭੂ ਬਰਕਤ ਦੇਵੇਗਾ, ਪ੍ਰਭੂ ਤੁਸੀਂ ਬਰਕਤ ਦੇਵੋ। ਔਰ ਇੱਕ ਬਾਈਬਲ ਹੋਰ ਵਰਸ ਪੜਾਂਗੇ, 1 ਕੋਰਿੰਥੀਅਨ ਚੈਪਟਰ 10 ਵਰਸ 11 ਲਿਖਾਂਗੇ। 1 ਕੋਰਿੰਥੀਅਨ ਚੈਪਟਰ 10 ਵਰਸ 11 ਪੰਜਾਬੀ ਦੇ ਵਿੱਚ। ਜੀ ਹਾਂ, 1 ਕੋਰਿੰਥੀਅਨ 10:11 ਇਹ ਸਭ ਜੋ ਉਹਨਾਂ ਦੇ ਨਾਲ ਵਾਪਰਿਆ ਇਹ ਸਭ ਉਦਾਹਰਨ ਦੇ ਤੌਰ ਤੇ ਹੋਇਆ ਅਤੇ ਸਾਨੂੰ ਸਾਵਧਾਨ ਕਰਨ ਦੇ ਲਈ ਲਿਖਿਆ ਗਿਆ ਸੀ, ਕਿਉਂਕਿ ਅਸੀਂ ਇਹੋ ਜਿਹੇ ਯੁਗਾਂ ਦੇ ਅੰਤਮ ਸਮੇਂ ਵਿੱਚ ਰਹਿ ਰਹੇ ਹਾਂ।
ਸੋ ਆਪਾਂ ਕਹਿ ਸਕਦੇ ਹਾਂ ਕਿ ਪਰਮੇਸ਼ਰ ਦਾ ਪਾਕ ਰੂਹ ਪਵਿੱਤਰ ਆਤਮਾ ਇਸਤੇਮਾਲ ਕਰਦਾ ਆ ਧਰਮ ਗ੍ਰੰਥ ਬਾਈਬਲ ਨੂੰ, ਬਾਈਬਲ ਦੇ ਲਿਖੇ ਹੋਏ ਸ਼ਬਦਾਂ ਨੂੰ ਪਵਿੱਤਰ ਆਤਮਾ ਇਸਤੇਮਾਲ ਕਰਦਾ ਆ ਸਾਨੂੰ ਟਰਾਂਸਫਾਰਮ ਕਰਨ ਦੇ ਵਾਸਤੇ, ਸਾਨੂੰ ਬਦਲਣ ਦੇ ਵਾਸਤੇ, ਸਾਡੇ ਵਿੱਚ ਬਦਲਾਅ ਖੜਾ ਕਰਨ ਦੇ ਵਾਸਤੇ। ਤੇ ਇਹੀ ਨਹੀਂ, ਸਾਡੇ ਵਿੱਚ ਪਰਮੇਸ਼ਰ ਦਾ ਚਿਹਰਾ ਰਿਫਲੈਕਟ ਕਰਨ ਦੇ ਵਾਸਤੇ। ਸਾਡੇ ਵਿੱਚੋਂ ਪਰਮੇਸ਼ਰ ਦਾ ਚਿਹਰਾ ਰਿਫਲੈਕਟ ਹੁੰਦਾ ਹੈ, ਪਰਮੇਸ਼ਰ ਦਾ ਚਾਨਣ ਰਿਫਲੈਕਟ ਹੁੰਦਾ ਹੈ, ਪਰਮੇਸ਼ਰ ਦਾ ਸਰੂਪ ਰਿਫਲੈਕਟ ਹੁੰਦਾ ਹੈ। ਜੋ ਵਚਨ ਪੜ੍ਹਦੇ ਹਾਂ ਆਪਾਂ, ਤਿਉਂ ਆਪਾਂ ਰੱਬ ਵਰਗੇ ਬਣਦੇ ਰਹਾਂਗੇ, ਪਰਮੇਸ਼ਰ ਵਰਗੇ ਬਣਦੇ ਰਹਾਂਗੇ। ਜੀ ਹਾਂ, ਕਿਉਂਕਿ ਪਰਮੇਸ਼ਰ ਦੀ ਨੇਚਰ ਪਵਿੱਤਰ ਆਤਮਾ ਵਚਨਾਂ ਥਾਈਂ ਆਪਣੇ ਵਿੱਚ ਪਾ ਦਿੰਦਾ ਆ। ਤੇ ਜਿਉਂ ਆਪਾਂ ਪੜ੍ਹਦੇ ਹਾਂ, ਆਪਾਂ ਪਰਮੇਸ਼ਰ ਦੀ ਨੇਚਰ ਆਪਣੇ ਵਿੱਚ ਹੋਰ ਵੱਧਦੀ ਆ ਤੇ ਆਪਾਂ ਆਪਣੇ ਵਿੱਚੋਂ ਪਰਮੇਸ਼ਰ ਦਾ ਇਮੇਜ ਜੋ ਹੈ ਉਹ ਰਿਫਲੈਕਟ ਕਰਦਾ ਰਹਿੰਦਾ ਹੈ। ਤੇ ਤਾਂ ਕਿ ਆਪਣੀ ਹਰ ਦਿਨ ਆਪਣਾ ਐਵਰੀ ਸਿੰਗਲ ਡੇ ਆਪਾਂ ਰੱਬ ਦੇ ਸਰੂਪ ਵਿੱਚ ਚੱਲ ਸਕੀਏ, ਰੱਬ ਦੀ ਗਾਈਡੈਂਸ ਤੇ ਲੀਡਿੰਗ ਵਿੱਚ ਚੱਲ ਸਕੀਏ ਤੇ ਹਰ ਉਹ ਚੀਜ਼ਾਂ ਜਿਹੜੀਆਂ ਆਪਣੇ ਖਿਲਾਫ ਆਉਂਦੀਆਂ ਨੇ ਉਹਨਾਂ ਨੂੰ ਡਿਸਟਰੋਏ ਕਰਕੇ ਪਰਮੇਸ਼ਰ ਦਾ ਨਾਮ ਉੱਚਾ ਕਰ ਸਕੀਏ ਤੇ ਪ੍ਰਭੂ ਦੇ ਨਾਮ ਦੇ ਵਿੱਚ ਜਿੱਤ ਪ੍ਰੋਕਲੇਮ ਕਰ ਸਕੀਏ। ਸੋ ਪਰਮੇਸ਼ਰ ਦਾ ਵਚਨ ਚੌਥੇ ਨੰਬਰ ਤੇ ਆਪਾਂ ਦੇਖਿਆ ਕਿ ਪਰਮੇਸ਼ਰ ਦਾ ਵਚਨ ਜਿਹੜਾ ਹੈਗਾ ਆ ਉਹ ਬਾਈਬਲ ਇਜ਼ ਨਾਟ ਰਿਟਨ ਟੂ ਅਸ, ਇਟ ਇਜ਼ ਰਿਟਨ ਫॉर ਅਸ। ਪਰਮੇਸ਼ਰ ਦਾ ਵਚਨ ਜਿਹੜਾ ਹੈਗਾ ਉਹ ਸਾਨੂੰ ਨਹੀਂ ਲਿਖਿਆ ਗਿਆ, ਉਹ ਇੱਕ ਤਰ੍ਹਾਂ ਕਹਿ ਸਕਦੇ ਹੈਗੇ ਆ ਸਾਡੇ ਵਾਸਤੇ ਲਿਖਿਆ ਗਿਆ, ਤਾਂ ਕਿ ਆਪਾਂ ਪਰਮੇਸ਼ਰ ਦਾ ਵਚਨ ਜਿਹੜਾ ਆ ਉਹਨੂੰ ਇਸਤੇਮਾਲ ਕਰਕੇ ਰੱਬ ਦੇ ਕਰੀਬ ਆ ਸਕੀਏ, ਰੱਬ ਦੇ ਹਜ਼ੂਰੀ ਨਾਲ ਪੜ ਸਕੀਏ, ਰੱਬ ਦੇ ਇਮੇਜ ਨਾਲ ਪੜ ਸਕੀਏ ਤੇ ਸ਼ੈਤਾਨ ਨੂੰ ਹਰਾ ਸਕੀਏ ਤੇ ਜਿੱਤ ਪ੍ਰੋਕਲੇਮ ਕਰਕੇ ਰੱਬ ਦਾ ਨਾਮ ਉੱਚਾ ਕਰ ਸਕੀਏ। ਆਹ ਨਹੀਂ ਕਿ ਰੱਬ ਸਾਨੂੰ ਲਿਖਿਆ ਵੀ ਤੁਸੀਂ ਇੱਦਾਂ ਦੇ ਹੋ, ਤੁਸੀਂ ਠੀਕ ਨਹੀਂ ਗਏ, ਤੁਸੀਂ ਚੰਗੇ ਹੋ, ਤੁਸੀਂ ਆਹ ਕਰ ਦਿਓ। ਰੱਬ ਨੇ ਸਾਨੂੰ ਲਿਖਿਆ ਇਹ ਵਚਨ, ਤੇ ਇਹ ਵਚਨ ਇਹ ਪ੍ਰੋਮਿਸਿਸ ਲਿਖੇ ਨੇ ਜਿਨ੍ਹਾਂ ਪ੍ਰੋਮਿਸਿਸ ਨਾਲ ਭਰ ਕੇ, ਜਿਨ੍ਹਾਂ ਆਸ਼ਾ ਨਾਲ ਭਰ ਕੇ ਆਪਾਂ ਅੱਗੇ ਚੱਲਣਾ ਆ। ਸੋ ਪਰਮੇਸ਼ਰ ਦਾ ਵਚਨ ਸਾਡੇ ਵਾਸਤੇ ਆ, ਇਹਨੂੰ ਅਸੀਂ ਇਹ ਆਪਣੇ ਦਿਲ ਵਿੱਚ ਪਾ ਕੇ, ਆਪਣੇ ਮਨ ਵਿੱਚ ਪਾ ਕੇ ਆਪਾਂ ਅੱਗੇ ਵੱਧ ਸਕਦੇ ਹਾਂ, ਹੋਰ ਰੱਬ ਦੀਆਂ ਬਰਕਤਾਂ ਲੈ ਸਕਦੇ ਹਾਂ ਤੇ ਉਹ ਪਰਮੇਸ਼ਰ ਦਾ ਮਕਸਦ ਪੂਰਾ ਕਰ ਸਕਦੇ ਹਾਂ ਜਿਸ ਮਕਸਦ ਦੇ ਵਾਸਤੇ ਤੁਸੀਂ ਤੇ ਮੈਂ ਇਸ ਧਰਤੀ ਤੇ ਜਨਮ ਲਿਆ ਆ। ਆਖਰੀ ਪੁਆਇੰਟ ਆਪਣਾ ਦੇਖਾਂਗੇ ਪ੍ਰਭੂ ਦੇ ਬਨੋ 5ਵੇਂ ਨੰਬਰ ਤੇ, The Bible is God's tool to transform us. ਪਰਮੇਸ਼ਰ ਦਾ ਇੱਕ ਟੂਲ ਹੈ, ਪਰਮੇਸ਼ਰ ਦਾ ਇੱਕ ਸਾਧਨ ਹੈ, ਇੱਕ ਤਰੀਕਾ ਹੈ, ਸੰਦ ਹੈ ਪਰਮੇਸ਼ਰ ਦਾ ਬਾਈਬਲ, ਜਿਹਦੇ ਥਾਈਂ ਦੀ ਪਰਮੇਸ਼ਰ ਸਾਨੂੰ ਬਦਲ ਦਿੰਦਾ ਆ। ਉਹ ਗੀਤ ਤਾਂ ਸਾਰਿਆਂ ਨੇ ਸੁਣਿਆ ਹੋਏਗਾ, ਬਦਲ ਗਿਆ ਮੇਰਾ ਸਾਰਾ ਜੀਵਨ, ਬਦਲ ਗਿਆ ਮੇਰਾ ਸਾਰਾ ਜੀਵਨ ਬਦਲ ਗਿਆ। ਕੌਣ ਬਦਲਦਾ ਬਈ ਇਹ ਜੀਵਨ? ਬਈ ਹਾਂਜੀ ਯਿਸੂ ਨੂੰ ਸਵੀਕਾਰ ਕਰ ਲਿਆ ਸੀ, ਹਾਂਜੀ ਯਿਸੂ ਨੂੰ ਸਵੀਕਾਰ ਕਰ ਲਿਆ ਸੀ, ਵਿਸ਼ਵਾਸ ਕਰਦੇ ਹਾਂ ਪ੍ਰਭੂ ਦੇ ਵਿੱਚ। ਨਾ ਪ੍ਰੇਅਰ ਕਰਨੀ, ਨਾ ਬਾਈਬਲ ਪੜ੍ਹਨੀ, ਨਾ ਕਲੀਸਿਆ ਜਾਣਾ, ਨਾ ਸੰਗਤੀ ਕਰਨੀ ਉਹਦੇ ਸ਼ਰੀਰ ਦੇ ਨਾਲ, ਫਿਰ ਤੁਸੀਂ ਵਿਸ਼ਵਾਸੀ ਕਿੱਦਾਂ ਬਣ ਗਏ? ਫਿਰ ਬਦਲਾਅ ਕਿੱਦਾਂ ਆ ਜਾਏਗਾ ਤੁਹਾਡੇ ਵਿੱਚ? ਫਿਰ ਤਬਦੀਲੀ ਕਿੱਦਾਂ ਆ ਜਾਏਗੀ ਤੁਹਾਡੇ ਵਿੱਚ? ਜਦੋਂ ਆਏ ਆਪਾਂ ਉੱਥੇ ਲੋਕ ਐਸੀ ਭਗਤੀ ਕਰਦੇ ਨੇ, ਸਾਲ ਭਗਤੀ ਕਰਦੇ ਨੇ, ਦਿਨ ਭਗਤੀ ਕਰਦੇ ਨੇ, ਹਫਤੇ ਭਗਤੀ ਕਰਦੇ ਨੇ, ਮਹੀਨੇ ਭਗਤੀ ਕਰਦੇ ਨੇ। ਭਗਤੀ ਕਰਨ ਦੇ ਵਾਸਤੇ ਉਹ ਪਹਾੜਾਂ 'ਤੇ ਚੜ੍ਹ ਜਾਂਦੇ ਨੇ, ਉਹ ਦੂਰ ਚਲੇ ਜਾਂਦੇ ਨੇ, ਮਹੀਨੇ ਲਾ ਲੈਂਦੇ ਨੇ ਉੱਥੇ ਭਗਤੀ ਕਰਕੇ, ਫਿਰ ਵੀ ਉਹਨਾਂ ਦਾ ਕੁਝ ਬਣਦਾ ਨਹੀਂ ਗਾ। ਲੇਕਿਨ ਪ੍ਰਭੂ ਦੇ ਬਿਨਾਂ ਪਰਮੇਸ਼ਰ ਨੇ ਆਪਣਾ ਵਚਨ ਸਾਨੂੰ ਦਿੱਤਾ ਹੈ ਤੇ ਇਹ ਵਚਨ ਆਪਣਾ ਫਰਜ਼ ਬਣਦਾ ਹੈ ਕਿ ਵਚਨ ਪੜ੍ਹੀਏ। ਇਹ ਫਰਜ਼ ਬਣਦਾ ਆ ਪਰਮੇਸ਼ਰ ਦੇ ਵਚਨ ਨੂੰ ਆਪਾਂ ਅੰਡਰਸਟੈਂਡ ਕਰੀਏ। ਅਸੀਂ ਚਾਹੁੰਦੇ ਹਾਂ ਬਰਕਤਾਂ ਮੂਸਾ ਵਰਗੀਆਂ, ਅਸੀਂ ਚਾਹੁੰਦੇ ਹਾਂ ਬਰਕਤਾਂ ਦਨੀਏਲ ਵਰਗੀਆਂ, ਅਸੀਂ ਚਾਹੁੰਦੇ ਹਾਂ ਬਰਕਤਾਂ ਦਾਊਦ ਵਰਗੀਆਂ, ਅਸੀਂ ਚਾਹੁੰਦੇ ਹਾਂ ਬਰਕਤਾਂ ਪੌਲੁਸ ਵਰਗੀਆਂ। ਲੇਕਿਨ ਦੇਖੋ ਤੁਸੀਂ ਉਹਨਾਂ ਦਾ ਡਿਸਿਪਲਿਨ ਦੇਖੋ, ਉਹ 5 ਵਾਰ ਬਾਈਬਲ ਪੜ੍ਹਦੇ ਸੀਗੇ, ਸਵੇਰੇ ਉੱਠ ਕੇ ਪ੍ਰਾਰਥਨਾ ਕਰਦੇ ਸੀਗੇ, ਲਗਾਤਾਰ ਵਰਸ਼ਿਪ ਵਿੱਚ ਲੱਗੇ ਰਹਿੰਦੇ ਸੀਗੇ, ਦੂਜੀਆਂ ਬੋਲੀਆਂ ਵਿੱਚ ਪ੍ਰਾਰਥਨਾ ਕਰਦੇ ਸੀਗੇ। ਪੌਲੁਸ ਕਹਿੰਦਾ ਮੈਂ ਸਭ ਤੋਂ ਜ਼ਿਆਦਾ ਦੂਜੀਆਂ ਬੋਲੀਆਂ 'ਚ ਪ੍ਰਾਰਥਨਾ ਕਰਦਾ ਹੈ। ਉਹਨਾਂ ਦਾ ਡਿਸਿਪਲਿਨ ਦੇਖੋ, ਉਹਨਾਂ ਦੇ ਤਰੀਕੇ ਦੇਖੋ, ਕਿਸ ਤਰ੍ਹਾਂ ਉਹਨਾਂ ਨੇ ਭਗਤੀ ਕੀਤੀ, ਪਰਮੇਸ਼ਰ ਦੇ ਨੇੜੇ ਆਏ, ਕਰੀਬ ਆਏ ਤੇ ਫਿਰ ਉਹਨਾਂ ਦੇ ਜੀਵਨ ਵਿੱਚ ਟਰਾਂਸਫੋਰਮੇਸ਼ਨ ਆਈ, ਫਿਰ ਬਦਲਾਅ ਆਇਆ। ਅਸੀਂ ਚਾਹੁੰਦੇ ਹਾਂ ਬਦਲਾਅ ਮੁਫਤੀ ਆਦਤ ਪੈ ਗਈ ਆਪਾਂ ਨੂੰ ਇਹਨਾਂ ਦੇਸ਼ਾਂ 'ਚ ਰਹਿ ਕੇ ਫ੍ਰੀ ਚੀਜ਼ਾਂ ਲੈਣ ਦੀ। ਉਹ ਦਿਸ ਇਜ਼ ਫ੍ਰੀ, or this is two for $5, this is 2 for $10. If you buy one coffee, you will get one donut free. Or if you buy one ਛੋਲੇ ਭਟੂਰੇ, you will get another ਛੋਲੇ ਭਟੂਰੇ free, ਤੇ ਨਾਲੇ ਲੱਸੀ ਦਾ ਗਲਾਸ ਤੁਹਾਡੇ ਨਾਲ, ਮੈਂਗੋ ਲੱਸੀ। ਫ੍ਰੀ ਚੀਜ਼ਾਂ ਲੈਣ ਦੀ ਆਦਤ ਪੈ ਗਈ ਸਾਨੂੰ।
ਤੇ ਹੁਣ ਅਸੀਂ ਚਾਹੁੰਦੇ ਹਾਂ ਕਿ ਸਾਨੂੰ ਆਜ਼ਾਦੀ ਵੀ ਫ੍ਰੀ ਆ ਜਾਵੇ, ਅਸੀਂ ਚਾਹੁੰਦੇ ਹਾਂ ਕਿ ਸਾਨੂੰ ਪਵਿੱਤਰਤਾ ਵੀ ਫ੍ਰੀ ਮਿਲ ਜਾਵੇ, ਅਸੀਂ ਚਾਹੁੰਦੇ ਹਾਂ ਕਿ ਸਾਨੂੰ ਰੱਬ ਦੀ ਬਰਕਤ ਵੀ, ਛੁਟਕਾਰਾ ਵੀ ਫ੍ਰੀ ਮਿਲ ਜਾਵੇ, ਫ੍ਰੀਲੀ ਹੋਈ ਸਾਡੀਆਂ ਐਡਿਕਸ਼ਨ ਟੁੱਟ ਜਾਣ, ਫ੍ਰੀਲੀ ਹੋਈ ਸਾਡੀਆਂ ਗਲਤ ਚੀਜ਼ਾਂ ਟੁੱਟ ਜਾਣ, ਗਲਤ ਆਦਤਾਂ ਟੁੱਟ ਜਾਣ। ਨਹੀਂ, ਮਿਹਨਤ ਕਰਨੀ ਪੈਗੀ ਆਪਾਂ ਨੂੰ ਇੱਥੇ। ਪ੍ਰਭੂ ਯਿਸੂ ਨੇ ਕਰਤਾ ਜੋ ਕਰਨਾ ਸੀ ਸਲੀਬ ਦੇ ਉੱਤੇ। ਮਿਹਨਤ ਕਰਨੀ ਪੈਗੀ, ਵਚਨ ਪੜ੍ਹਨਾ ਪਏਗਾ, ਪ੍ਰਭੂ ਦੇ ਅੱਗੇ ਆਈਏ, ਪ੍ਰਭੂ ਨੂੰ ਕਹੀਏ ਪ੍ਰਭੂ ਜੀ ਅੱਜ ਤੋਂ ਬਾਅਦ ਪ੍ਰਭੂ ਜੀ ਮੈਂ ਕੰਨਾਂ ਨੂੰ ਹੱਥ ਲਾ ਲੈਣਾ ਹੈਗਾ ਆ, ਸੌ ਤਾਂ ਆਪਾਂ ਖਾ ਨਹੀਂ ਸਕਦੇ, ਮੈਂ ਪ੍ਰਭੂ ਜੀ ਤੇਰਾ ਵਚਨ ਫੜ ਲਾਂਗਾ ਜੋ 100% ਡਿਵਾਈਨ ਹੈ, 100% ਹਿਊਮਨ ਹੈ। ਮੈਂ ਤੇਰਾ ਵਚਨ ਫੜ ਕੇ ਪੜ੍ਹ ਕੇ ਆਪਣੇ ਮਨ ਵਿੱਚ, ਆਪਣੀਆਂ ਮਨ ਦੀਆਂ ਸੋਚਾਂ ਵਿੱਚ ਪਾ ਲਾਂਗਾ, ਪਾਉਂਦਾ ਰਹਾਂਗਾ, ਭਰਦਾ ਰਹਾਂਗਾ, ਥੋਂਦਾ ਰਹਾਂਗਾ। ਉਹ ਜਿੱਦਾਂ ਪਿੰਡਾਂ ਦੇ ਵਿੱਚ ਆਪਾਂ ਜਦੋਂ ਭਰ ਕੇ ਲਿਆਉਂਦੇ ਸੀਗੇ ਟਰੱਕ ਤੂੜੀ ਵਾਲੇ, ਤੇ ਪਤਾ ਨਹੀਂ ਸੀਗਾ ਵੀ ਤੂੜੀ ਕਿੱਥੇ ਰੱਖਣੀ ਆ, ਤੇ ਉਹ ਆਪਾਂ ਇੱਕ ਕਮਰਾ ਜਿਹਾ ਖਾਲੀ ਕਰਕੇ ਵੱਡਾ ਸਾਰਾ ਉਹਦੇ ਵਿੱਚ ਤੂੜੀ ਪਾ ਦਿੰਦੇ ਸੀਗੇ, ਉਹ ਥੁੰਨਣੀ ਪੈਂਦੀ ਸੀਗੀ ਉੱਪਰ, ਤਾਂ ਹੀ ਉਹ ਸਾਰਾ ਕਮਰਾ ਤੂੜੀ ਨਾਲ ਭਰਿਆ ਪਿਆ ਹੁੰਦਾ ਸੀਗਾ। ਪ੍ਰਭੂ ਨੇ ਕਿਹਾ ਦਿਨ ਰਾਤ ਇਸ ਵਚਨ ਤੇ ਧਿਆਨ ਦੇ, ਇਹ ਵਚਨ ਤੇਰੀਆਂ ਅੱਖਾਂ ਤੋਂ, ਤੇਰੇ ਬੁੱਲਾਂ ਤੋਂ, ਤੇਰੀਆਂ ਸੋਚਾਂ ਤੋਂ ਦੂਰ ਨਾ ਹੋਵੇ। ਇਹਦੇ ਲਿਖੇ ਮੁਤਾਬਿਕ ਹੀ ਸਭ ਕੁਝ ਕਰ, ਤਾਂ ਕਿ ਤੇਰਾ ਸਾਰਾ ਕੰਮ ਜਿਹੜਾ ਹੈ ਸਫਲ ਹੋ ਸਕੇ, ਤੇ ਤੇਰਾ ਬੋਲ ਬਾਲਾ ਹੋਵੇ, ਤੇ ਤੇਰੀ ਲੰਬੀ ਉਮਰ ਹੋਵੇ। ਮੈਂ ਜੋ ਕੁਝ ਵੀ ਤੂੰ ਕਰੇਗਾ ਬਰਕਤ ਪ੍ਰਾਪਤ ਕਰੇਗਾ। ਸੋ ਬਰਾਬਰ ਦੇ ਬਣਾਓ, ਜਦੋਂ ਵਚਨ ਪੜ੍ਹਦੇ ਆ, ਇੱਕ ਟੂਲ ਆ ਪਰਮੇਸ਼ਰ ਦਾ ਵਚਨ, ਇੱਕ ਟੂਲ ਆ। ਪਰਮੇਸ਼ਰ ਦਾ ਵਚਨ ਸਾਨੂੰ ਇੱਕ ਐਸੀ ਐਬਿਲਿਟੀ ਦਿੰਦਾ ਆ ਜਿਹਦੇ ਨਾਲ ਪਰਮੇਸ਼ਰ ਦਾ ਇਮੇਜ ਸਾਡੇ ਥਾਂ ਦੀ ਰਿਫਲੈਕਟ ਕਰਨਾ ਸ਼ੁਰੂ ਹੋ ਜਾਂਦਾ ਹੈ। ਪਰਮੇਸ਼ਰ ਦਾ ਵਚਨ ਪੜ੍ਹਦੇ ਆ, ਸਾਡੇ ਵਿੱਚ ਐਸੀ ਟਰਾਂਸਫੋਰਮੇਸ਼ਨ ਆ ਜਾਂਦੀ ਆ, ਐਸੀ ਐਬਿਲਿਟੀ ਆ ਜਾਂਦੀ ਆ, ਜਿਹਦੇ ਨਾਲ ਆਪਾਂ ਪਰਮੇਸ਼ਰ ਦੀਆਂ ਗੱਲਾਂ ਰਿਫਲੈਕਟ ਕਰਦੇ ਹਾਂ, ਜਿਹਦੇ ਨਾਲ ਆਪਾਂ ਪਰਮੇਸ਼ਰ ਦਾ ਚਾਨਣ ਰਿਫਲੈਕਟ ਕਰਦੇ ਹਾਂ। ਆਪਣੇ ਜੀਵਨ ਦੇ ਵਿੱਚੋਂ ਦੂਜੇ ਪਰਮੇਸ਼ਰ ਦਾ ਚਾਨਣ, ਪਰਮੇਸ਼ਰ ਦਾ ਇਮੇਜ ਜਿਹੜਾ ਹੈਗਾ ਉਹ ਦੇਖ ਸਕਦੇ ਹੈਗੇ ਨੇ। ਇਹ ਨਹੀਂ, ਪਵਿੱਤਰ ਆਤਮਾ ਬਾਈਬਲ ਥਾਂ ਦੀ ਜਿਹੜੀ ਟਰਾਂਸਫੋਰਮੇਸ਼ਨ ਲੈ ਕੇ ਆਉਂਦਾ ਆ, ਉਹਦੇ ਨਾਲ ਪ੍ਰਭੂ ਯਿਸੂ ਮਸੀਹ ਜੀ ਦਾ ਇਮੇਜ ਰੋਜ਼ਾਨਾ ਸਾਡੇ ਜੀਵਨ ਦੇ ਵਿੱਚ ਰਿਫਲੈਕਟ ਕਰਦਾ ਹੈ ਤੇ ਫਲੋ ਹੁੰਦਾ ਹੈ। ਸੋ ਪ੍ਰਭੂ ਦੀ ਗੋਡਲੀਨੈਸ ਦੇ ਵਿੱਚ ਵਧਣ ਦੇ ਵਾਸਤੇ, ਰੱਬੀ ਪੁਣੇ 'ਚ ਵਧਣ ਦੇ ਵਾਸਤੇ, ਰੱਬ ਦੀ ਨੇਚਰ ਵਿੱਚ ਵਧਣ ਦੇ ਵਾਸਤੇ ਜ਼ਰੂਰੀ ਆ ਕਿ ਆਪਾਂ ਪਰਮੇਸ਼ਰ ਦਾ ਇਹ ਵਚਨ ਜਿਹੜਾ ਆ ਆਪਣੇ ਜੀਵਨ ਦੇ ਵਿੱਚ ਪਾ ਲਈਏ। ਸੋ ਬਾਈਬਲ ਦੇ ਵਿੱਚ ਜਿਹੜੇ ਵਚਨ ਨੇ ਉਹ ਸਾਡੇ ਵਾਸਤੇ ਰੈਵਲੇਸ਼ਨ ਲੈ ਕੇ ਆਉਂਦੇ ਨੇ ਉਹਦੇ ਪੁੱਤਰ ਦੀ। ਬਾਈਬਲ ਦੇ ਵਿੱਚ ਉਸ ਦੇ ਪੁੱਤਰ ਦੀ ਰੈਵਲੇਸ਼ਨ ਆ, ਪ੍ਰਭੂ ਯਿਸੂ ਮਸੀਹ ਜੀ ਦੀ ਰੈਵਲੇਸ਼ਨ ਆ। ਜਦੋਂ ਬਾਈਬਲ ਪੜ੍ਹਦੇ ਆ ਸਾਡੇ ਵਿੱਚ ਇੰਨੀ ਰੈਵਲੇਸ਼ਨ ਆ ਜਾਂਦੀ ਆ ਉਹਦੇ ਪੁੱਤਰ ਦੀ ਕਿ ਸਾਡੇ ਵਿੱਚੋਂ ਉਹਦੇ ਪੁੱਤਰ ਦੀ ਰੈਵਲੇਸ਼ਨ ਫਲੋ ਹੋਣੀ ਲੱਗਦੀ ਆ। ਜਿਹੜਾ ਵੀ ਬੰਦਾ ਸਾਡੇ ਵੱਲ ਦੇਖਦਾ ਆ ਉਹ ਕਹਿੰਦਾ ਇਹ ਤਾਂ ਯਿਸੂ ਵਰਗੇ ਬੋਲਦੇ ਨੇ, ਯਿਸੂ ਵਰਗੇ ਬੋਲਣਗੇ, ਯਿਸੂ ਵਾਂਗੂ ਦੇਖਣਗੇ, ਯਿਸੂ ਵਾਂਗੂ ਤੁਰਨਗੇ, ਯਿਸੂ ਵਾਂਗੂ ਨੂੰ ਛੂਹਣਗੇ, ਯਿਸੂ ਵਰਗੇ ਕੰਮ ਕਰਨਗੇ, ਯਿਸੂ ਵਰਗੇ ਚਿੰਨ੍ਹ ਹੋਣਗੇ, ਯਿਸੂ ਵਰਗੀਆਂ ਬਰਕਤਾਂ ਹੋਣਗੀਆਂ, ਯਿਸੂ ਵਰਗੇ ਵੰਡਰਸ ਹੋਣਗੇ, ਯਿਸੂ ਵਰਗੀਆਂ ਹੀਲਿੰਗਸ ਹੋਣਗੀਆਂ, ਯਿਸੂ ਵਰਗੇ ਮਿਰਕਲਸ ਹੋਣਗੇ, ਯਿਸੂ ਵਰਗਾ ਛੁਟਕਾਰਾ ਹੋਏਗਾ, ਯਿਸੂ ਵਰਗੀਆਂ ਮਲਟੀਪਲੀਕੇਸ਼ਨਸ ਹੋਣਗੀਆਂ, ਯਿਸੂ ਵਰਗੇ ਇੰਪੋਸੀਬਲ ਕੰਮ ਆਪਣੇ ਜੀਵਨ ਥਾਂ ਦੀ ਫਲੋ ਹੋਣਗੇ। ਇਹ ਸਾਰੀਆਂ ਬਰਕਤਾਂ ਪਰਮੇਸ਼ਰ ਦੇ ਵਚਨ ਨੂੰ ਪੜ੍ਹਨ ਦੇ ਨਾਲ, ਪਰਮੇਸ਼ਰ ਦੇ ਵਚਨ ਤੇ ਧਿਆਨ ਲਾਉਣ ਦੇ ਨਾਲ ਤੇ ਪਰਮੇਸ਼ਰ ਦੇ ਵਚਨ ਤੇ ਚੱਲਣ ਦੇ ਨਾਲ ਹਰ ਇੱਕ ਵਿਸ਼ਵਾਸੀ ਨੂੰ ਮਿਲਦੀਆਂ ਨੇ ਜੋ ਆਪਣੇ ਪੂਰੇ ਦਿਲ ਦੇ ਨਾਲ ਉਹ ਇਸ ਵਚਨ ਤੇ ਧਿਆਨ ਦੇਵੇ। ਆਓ ਅੱਜ ਐਸਾ ਮਨ ਬਣਾਈਏ ਕਿ ਬਾਕੀ ਸਾਰੀਆਂ ਚੀਜ਼ਾਂ ਨੂੰ ਦੂਰ ਕਰਕੇ ਪਰਮੇਸ਼ਰ ਦੇ ਵਚਨ ਨੂੰ ਫੜ ਲਈਏ ਤੇ ਪਰਮੇਸ਼ਰ ਦੇ ਵਚਨ ਤੇ ਚੱਲਣ ਦੀ ਕੋਸ਼ਿਸ਼ ਕਰੀਏ। God with us, Emmanuel, ਸ਼ਬਦ ਦੇਤਾਰੀ ਹੋਇਆ, ਪ੍ਰਭੂ ਯਿਸੂ ਮਸੀਹ ਜੀ ਥਾਈਂ ਦੀ ਇਹ ਦੁਨੀਆ 'ਚ ਆਇਆ ਤੇ ਇਹ ਸ਼ਬਦ ਬਾਈਬਲ ਸਾਡੇ ਹੱਥਾਂ 'ਚ ਆਉਂਦੀ ਆ। ਜਦੋਂ ਆਪਾਂ ਨੂੰ ਪੜ੍ਹਦੇ ਆ ਆਪਣੇ ਜੀਵਨ ਦੇ ਵਿੱਚ ਉਹ ਸ਼ਬਦ ਮੈਨੀਫੈਸਟ ਹੁੰਦਾ ਆ ਤੇ ਫਲੋ ਹੁੰਦਾ ਆ ਤਾਂ ਕਿ ਦੂਜੇ ਵੀ ਬਰਕਤ ਪ੍ਰਾਪਤ ਕਰ ਸਕਣ ਆਪਣੇ ਥਾਈਂ ਦੀ। ਜੋ ਮਕਸਦ, ਜਿਸ ਮਕਸਦ ਦੇ ਵਾਸਤੇ ਤੁਸੀਂ ਤੇ ਮੈਂ ਜਨਮ ਲਿਆ, ਪੂਰਾ ਕਰ ਸਕੀਏ ਤਾਂ ਕਿ ਤੁਸੀਂ ਕਿਤੇ ਜਦੋਂ ਜਾਓ ਉੱਪਰ ਸਵਰਗ, ਪਰਮੇਸ਼ਰ ਕਹਿ ਸਕੇ ਵੈਲ ਡਨ, ਵੈਲ ਡਨ, ਵੈਲ ਡਨ। ਕਿ ਪਰਮੇਸ਼ਰ ਪਿਤਾ ਦਾ ਪਿਆਰ, ਪ੍ਰਭੂ ਯਿਸੂ ਮਸੀਹ ਜੀ ਦੀ ਕਿਰਪਾ ਤੇ ਮਿਹਰ, ਪਵਿੱਤਰ ਆਤਮਾ ਦੀ ਸੰਗਤੀ ਸਭਨਾਂ ਨਾਲ ਹੋਵੇ
ਹਮੇਸ਼ਾ ਹਮੇਸ਼ਾ ਲਈ ਯਿਸੂ ਮਸੀਹ ਜੀ ਦੇ ਪਵਿੱਤਰ ਨਾਮ ਦੇ ਵਿੱਚ ਆਮੀਨ ਆਮੀਨ।